हाँ जी न्यूमेरिकल ने अपन ये डिफाइन किया वा थर्ड न्यूमेरिकल ओके from a circular uniform circular disc of radius r ये सब तो पहले जो टर्म लेके चलिए कि अपने को गिवन है कि एक सर्कुलर डिस्क गिवन है ठीक है और इस सर्कुलर डिस्क का रेडियस जेड़ा ਤੁਹਾਡੇ ਕੋਲ r गिवन हैगा सर्कुलर डिस्क का रेडियस r गिवन है ਉਹਨੇ क्या इस सर्कुलर डिस्क ਜਿਹਦਾ रेडियस r गिवन है कोई a circular disc of radius r by 6 is circular disc of radius r by 6 and having center at distance r by 2 from the center of the disc is removed तो जिस स्टेटमेंट वाइज वर्ड लईए तो उन्हें अपन ने किया कि इस डिस्क के सेंटर तो ठीक है इस डिस्क के सेंटर तो r by 2 डिस्टेंस पे चले जाओ मान लो आ पॉइंट आ गया इन्हों अपन नाम a दे देने ठीक है और इस सेंटर तो मेरे को r by 2 डिस्टेंस ਤੇ ਆ ਇੱਥੇ ਜਾ ਕੇ ਇੱਕ ਤੁਸੀਂ ਡਿਸਕ ਕੱਟਣੀ ਆ ਹੋਰ ਇਹਦੇ ਵਿੱਚੋਂ ਛੋਟੀ ਜਿਹੜੀ ਡਿਸਕ ਦੀ ਕਟਿੰਗ ਕਰਨੀ ਆ ਉਹਦਾ ਰੇਡੀਅਸ ਹੋਣੇ ਕਿਹਾ ਤੁਹਾਡੇ ਕੋਲ r by 6 ਰੇਡੀਅਸ ਆ ਯਾਨੀ ਇਹਦੇ ਵਿੱਚੋਂ ਇੱਕ ਡਿਸਕ ਕਟਿੰਗ ਕਰੋ ਇਸ ਥਾਂ ਤੇ ਜਾ ਕੇ ਆ ਇੱਕ ਡਿਸਕ ਕੱਟਣੀ ਸੀ ਔਰ ਜਿਹੜੀ ਡਿਸਕ ਕਟਿੰਗ ਕਰਨੀ ਆ ਇਸ ਡਿਸਕ ਦਾ ਰੇਡੀਅਸ ਜਿਹੜਾ ਵਾ ਉਹਨੇ ਡਿਫਾਈਨ ਕਰ ਦਿੱਤਾ ਤੁਹਾਡੇ ਕੋਲ ਇਸ ਡਿਸਕ ਦਾ ਰੇਡੀਅਸ r by 6 ਆ क्या इन्नी गल पहले समय लगी यस सर यस सर यस सर ध्यान ना समझन वाली आ ठीक है अपने क्वेश्चन च है कि एक कंप्लीट सर्कुलर डिस्क का r ओदा रेडियस आ ठीक है उस सर्कुलर डिस्क r रेडियस वाली दे विचों तुसी एक छोटी डिस्क कटनी आ जेडी छोटी डिस्क कटनी ओदा रेडियस r by 6 आ ते ओ डिस्क कटनी किथे जाके आ कहना जी सेंटर तो r by 2 डिस्टेंस ते डिस्क कटनी है ਇਹਦਾ ਮਤਲਬ ਤੁਸੀਂ ਆ ਇੱਕ ਜਿਹੜੀ ਡਿਸਕ ਜਿਹਨੂੰ ਸ਼ੇਡ ਕਰਦਾ ਪਿਆ ਆ ਇੱਕ ਡਿਸਕ ਕਟਿੰਗ ਕਰਨੀ ਆ ਆ ਸਾਈਜ਼ ਦੀ ਡਿਸਕ ਕੱਢ ਦੇਣੀ ਆ ਠੀਕ ਹੈ ਜਦੋਂ ਆ ਡਿਸਕ ਇਹਦੇ ਵਿੱਚੋਂ ਕਟਿੰਗ ਕਰਾਂਗਾ ਤੇ ਇਸ ਇਨਸਟੈਂਟ ਤੇ ਉਸ ਉਹਨੇ ਪੁੱਛਿਆ ਆਪਣੇ ਕੋਲ ਜਿਹੜੇ ਡਿਸਕ ਕਟਿੰਗ ਕਰਨੀ ਆ ਇਹਦੇ ਬੇਸਡ ਉਹਨੇ ਕਿਹਾ ਡਿਟਰਮਿਨ ਦਾ ਸੈਂਟਰ ਆਫ ਮਾਸ ਆਫ ਰਿਮੇਨਿੰਗ ਪੋਰਸ਼ਨ ਆਫ ਦਾ ਡਿਸਕ ਜਿਹੜੀ ਮੇਰੀ ਡਿਸਕ ਐਸ ਸੱਚ ਬਾਕੀ ਬਚ ਗਈ ਹੈ ਨਾ आ एक छोटा पार्ट ਇਹਦੇ ਵਿੱਚੋਂ ਮੈਂ ਕੱਢ ਦਿੱਤਾ ਠੀਕ ਹੈ ਇੱਕ ਸਟੀਲ ਦੀ ਪਲੇਟ ਆ ਮੇਰੇ ਕੋਲ ਜਿਹੜੀ ਪੜੀ ਹੋਈ ਉਹ ਡਿਸਕ ਆ ਮੇਰੀ ਉਹਦੇ ਵਿੱਚੋਂ ਮੈਂ ਇੱਕ ਸੈਂਟਰ ਤੋਂ ਕੁਝ ਡਿਸਟੈਂਸ ਦੂਰ ਜਾ ਕੇ ਇੱਕ ਡਿਸਕ ਕੱਢ ਕੇ ਬਾਹਰ ਰੱਖ ਦਿੱਤੀ ਕੀ ਫਰਕ ਪਏਗਾ ਇਹਦੇ ਨਾਲ ਜੀ सेंटर ऑफ मास चेंज होगा सेंटर ऑफ मास ਦੀ ਪੋਜੀਸ਼ਨ ਚੇਂਜ ਹੋ ਜਾਏਗੀ ठीक है ओरिजिनली सेंटर ऑफ मास किथे आ ते आ एज सच डिस्क कटन तो बाद डिस्क रिमूव करन तो बाद सेंटर ऑफ मास किथे शिफ्ट होएगा ਉਹਦੇ ਲਈ ਆਪਾਂ ਦਿਮਾਗ ਇੱਥੇ ਲਗਾਵਾਂਗੇ ਕਿ ਵੀ ओरिजिनली सेंटर ऑफ मास ਜਿਹੜਾ ਵਾ ਉਹ ਯੂਨੀਫਾਰਮ ਜੇ ਡਿਸਕ ਹੈਗੀ ਆ ਪਿਕਚਰ ਕਲੀਅਰ ਆ ਰਹੀ ਵੀਡੀਓ ਕਲੀਅਰ ਹੈ ਸਾਰਿਆਂ ਨੂੰ यस सर यस सर यस सर आवाज क्लियर है यस सर यस सर हाँ जी सर रिदम तू अपनी बेटा लोकेशन चेंज करके इधर उधर देख बेटा फिर बाकी नु क्लियर है ਇਹਦਾ ਮਤਲਬ ਇਹਦੇ ਸੈਂਟਰ ਦਾ ਪੁੱਤ ਜੇ ਐਸ ਐਚ ਲਈਏ ਜੇ ਆਪਣੀ ਆਰ ਰੇਡੀਅਸ ਵਾਲੀ ਡਿਸਕ ਹੋਏਗੀ ਨਾ ਤੁਸੀਂ ਪਿੱਛੇ ਜੇ ਗੱਲ ਕਹੀ ਸੀਗੀ ਕਿ ਜਿਹੜੀਆਂ ਯੂਨੀਫਾਰਮ ਮਾਸ ਡਿਸਟ੍ਰੀਬਿਊਸ਼ਨ ਹੋਵੇ ਔਰ ਸਿਮੈਟ੍ਰੀਕਲ ਸ਼ੇਪ ਦੀ ਫਿਗਰ ਹੋਵੇ ਤੇ ਸਿਮੈਟ੍ਰੀਕਲ ਸ਼ੇਪ ਫਿਗਰ ਦਾ ਸੈਂਟਰ ਆਫ ਮਾਸ ਹਮੇਸ਼ਾ ਉਹਦੇ ਸੈਂਟਰ ਦੇ ਉੱਤੇ ਲਾਈ ਕਰਦਾ ਯਾਨੀ ओरिजिनली ਸੈਂਟਰ ਆਫ ਮਾਸ ਉਹ ਪੁਆਇੰਟ ਤੇ ਸੀਗਾ ਠੀਕ ਹੈ ਜਦੋਂ ਆਹ ਡਿਸਕ ਮੈਂ ਵਿੱਚੋਂ ਰਿਮੂਵ ਕੀਤੀ ਯਾਨੀ ਇਧਰਲੀ ਸਾਈਡ ਹਲਕੀ ਹੋ ਗਈ ਤੇ ਸੈਂਟਰ ਆਫ ਮਾਸ ਸਾਨੂੰ ਪਤਾ ਕਿ ਜੇ ਇੱਕ ਸਾਈਡ ਹਲਕੀ ਤੇ ਇੱਕ ਸਾਈਡ ਭਾਰੀ ਹੋ ਜਵੇ ਤੇ ਸੈਂਟਰ ਆਫ ਮਾਸ ਹਮੇਸ਼ਾ ਹੈਵੀਅਰ ਸਾਈਡ ਵੱਲ ਸ਼ਿਫਟ ਹੁੰਦਾ ਕਿ ਇੰਨੀ ਗੱਲ ਸਮਝ ਲੱਗਦੀ ਪਈ यस सर यस सर ਸੈਂਟਰ ਆਫ ਮਾਸ ਪਹਿਲਾਂ ਉਹ ਪੁਆਇੰਟ ਤੇ ਹੁੰਦਾ ਸੀ ਹੁਣ ਆਹ ਸਾਈਡ ਇਧਰਲੀ ਭਾਰੀ ਆ ਹਨਾ ਇਹਦਾ ਮਤਲਬ ਸੈਂਟਰ ਆਫ ਮਾਸ ਆਪਣੀ ਉਹ ਪੁਆਇੰਟ ਤੋਂ ਸ਼ਿਫਟ ਹੋ ਕੇ ਆ ਕਿਤੇ ਨਾ ਕਿਤੇ ਬੀ ਪੁਆਇੰਟ ਤੇ ਚਲ ਜਾਏਗਾ ਇੰਨੀ ਗੱਲ ਸਮਝ ਲੱਗੀ यस सर ਹੁਣ ਕਿੰਨੇ यस ਡਿਸਟੈਂਸ सर ਕਿ ਆਪਣੀ ओरिजिनल ਪੋਜੀਸ਼ਨ ਤੋਂ ਇਧਰ ਕਿੰਨੇ ਡਿਸਟੈਂਸ ਤੇ ਗਿਆ ਨਹੀਂ ਪਤਾ ਅਸੀਂ ਇਹਨੂੰ x ਮੰਨ ਲਿਆ ਠੀਕ ਆ ਇਹਦਾ ਮਤਲਬ ਆ ਮਾਸ ਜਿਹੜਾ ਮੈਂ ਰਿਮੂਵ ਕਰਨਾ ਹੈ ਨਾ ਇਹ ਮਾਸ ਰਿਮੂਵ ਕਰਨ ਤੋਂ ਬਾਅਦ ਸੈਂਟਰ ਆਫ ਮਾਸ ਆਪਣੀ ਲੋਕੇਸ਼ਨ ਤੋਂ ਸ਼ਿਫਟ ਕਰਕੇ b ਪੁਆਇੰਟ ਤੇ ਚਲਾ ਗਿਆ x ਡਿਸਟੈਂਸ ਚਲਾ ਗਿਆ ਉਹਨੇ ਮੈਨੂੰ ਇਹ ਪੁੱਛਿਆ ਇਹ x ਡਿਸਟੈਂਸ ਕਿੰਨਾ ਹੋਏਗਾ क्या फिगर समझ आई यस सर
चलो ਹੁਣ ਜਦੋਂ ਇਸ ਟਾਈਪ ਦਾ ਕੋਈ ਨਿਊਮੈਰੀਕਲ ਆਏਗਾ ਨਾ ਆਪਣੇ ਕੋਲ ਵੇਰੀਏਬਲ ਸਿਰਫ ਰੇਡੀਅਸ ਵਾਲੇ ਦਿੱਤੇ ਆ ਇਸ ਤੋਂ ਇਲਾਵਾ ਹੋਰ ਕੋਈ ਵੇਰੀਏਬਲ ਨਹੀਂ ਤੁਸੀਂ ਇਹਨੂੰ ਅਟੈਂਪਟ ਕਿਹੜੇ ਵੇ ਨਾ ਕਰਨਾ ਵਾ ਇਹਨੂੰ ਸੋਲਵ ਕਰਨ ਦਾ ਇੱਕ ਈਜ਼ੀ ਮੈਥਡ ਹੁੰਦਾ ਉਹਨੂੰ ਅਸੀਂ ਨਾਮ ਦਿੰਦੇ ਪ੍ਰਿੰਸੀਪਲ ਆਫ ਮੂਵਮੈਂਟ ਜਿਹਦੀ ਗੱਲ ਕੱਲ ਆਪਾਂ ਕਰਦੇ ਹਟੇ ਆ ਠੀਕ ਹੈ ਕਿ ਵੀ ਜੇ ਆ ਬਾਡੀ ਗਿਵਨ ਆ ਤੇ ਆ ਇੱਥੇ ਮੰਨ ਲਓ ਇਹਨੂੰ ਮੈਂ ਬੈਲੈਂਸ ਕੀਤਾ ਹੋਇਆ ਠੀਕ ਹੈ ਇਹਨੂੰ ਇਹਦੇ ਕਿਸੇ ਇੱਕ ਪੁਆਇੰਟ ਦੇ ਵਿੱਚ ਤੇ ਬੈਲੈਂਸ ਕੀਤਾ ਹੋਇਆ ਤੇ ਇਸ ਪੁਆਇੰਟ ਤੇ ਜਿਹੜਾ weight ਹੋਏਗਾ ਇਹਦੀ ਮੂਵਮੈਂਟ ਵੈਲਿਊ ਜਿਹੜਾ ਇਸ ਪੁਆਇੰਟ ਤੇ weight ਹੋਏਗਾ ਇਹਦੀ ਮੂਵਮੈਂਟ ਵੈਲਿਊ ਇਹ ਆਪਸ ਦੇ ਵਿੱਚ ਅਸੀਂ ਕਹਿੰਦੇ ਜੀ ਇਕੁਅਲ ਆ ਜੇ ਬਾਡੀ ਮੇਰੀ ਇਕੁਇਲਿਬ੍ਰੀਅਮ ਚ ਇਹਦਾ ਮਤਲਬ ਇਸ ਇਨਸਟੈਂਟ ਤੇ ਜਦੋਂ ਅਸੀਂ ਇਹਨੂੰ ਸੋਲਵ ਕਰਨਾ ਅਸੀਂ ਇਹਦੇ ਅੰਦਰ ਡਿਫਾਈਨ ਕਰਨ ਲੱਗੇ O ਤੋਂ ਲੈ ਕੇ A ਤੱਕ ਦਾ ਡਿਸਟੈਂਸ O ਤੋਂ ਲੈ ਕੇ A ਤੱਕ ਦਾ ਡਿਸਟੈਂਸ r/2 ਆ O ਤੋਂ ਲੈ ਕੇ B ਤੱਕ ਦਾ ਡਿਸਟੈਂਸ ਮੇਰਾ ਅਨਨੋਨ ਹੋ ਗਿਆ ਇਹ ਮੈਂ ਲੱਭਣਾ r ਦੀ ਫਾਰਮ ਚ ਤੇ ਇਹਨੂੰ ਸੋਲਵ ਕਰਨ ਲੱਗੇ ਮੈਨੂੰ ਇਹ ਪਤਾ ਲੱਗੇ ਕਿ ਵੀ ਆ ਜਿਹੜਾ ਮੈਂ ਮਾਸ ਲਿੱਤਾ ਕਿਉਂਕਿ ਪ੍ਰਿੰਸੀਪਲ ਆਫ ਮੂਵਮੈਂਟ ਬਾਰ-ਬਾਰ ਇੱਕ ਲਾਈਨ ਕਹਿ ਰਿਹਾ ਪ੍ਰਿੰਸੀਪਲ ਆਫ ਮੂਵਮੈਂਟ ਇੱਥੇ ਜੇ ਮੈਂ ਯੂਜ਼ ਕਰਨਾ ਤੇ ਆ B ਪੁਆਇੰਟ ਤੇ ਜਿਹੜਾ ਬਾਡੀ ਦਾ ਸਾਰਾ ਸੈਂਟਰ ਆਫ ਮਾਸ ਸ਼ਿਫਟ ਹੋ ਗਿਆ ਇਹਦਾ ਮਤਲਬ ਹੁਣ ਪੂਰੀ ਬਾਡੀ ਦਾ ਮਾਸ ਇੱਥੇ ਲਾਈ ਕਰਦਾ ਪਿਆ ਤੇ ਇੱਥੇ ਪਏ ਮਾਸ ਦਾ ਜਿਹੜਾ weight ਤੇ ਆ ਪਰਪੈਂਡੀਕੂਲਰ ਡਿਸਟੈਂਸ ਇੱਥੇ ਜਿਹੜਾ ਮਾਸ ਮੈਂ ਰਿਮੂਵ ਕਰਨਾ ਠੀਕ ਹੈ ਜੀ ਉਹ ਮਾਸ ਤੇ ਉਹਦਾ ਪਰਪੈਂਡੀਕੂਲਰ ਡਿਸਟੈਂਸ ਇਹਨਾਂ ਦੋਨਾਂ ਚੀਜ਼ਾਂ ਨੂੰ ਜੇ ਮੈਂ ਕੰਸੀਡਰ ਕਰਨਾ ਤੇ ਮੈਨੂੰ ਜਿਹੜਾ ਮਾਸ ਮੈਂ ਰਿਮੂਵ ਕੀਤਾ ਤੇ ਜਿਹੜਾ ਮੇਰੇ ਕੋਲ ਪੈਂਡਿੰਗ ਮਾਸ ਆ ਇਹਨਾਂ ਦੋਨਾਂ ਮਾਸਿਸ ਦੀ ਵੈਲਿਊ ਅਸੀਂ ਪਹਿਲਾਂ ਬਣਾਣੀ ਹੈ ਤੇ ਇਹਨਾਂ ਮਾਸਿਸ ਦੀ ਵੈਲਿਊ ਨੂੰ ਬਣਾਉਣ ਵਾਸਤੇ ਠੀਕ ਹੈ ਇਹਨਾਂ ਦੋਨਾਂ ਮਾਸਿਸ ਦੀ ਵੈਲਿਊ ਨੂੰ ਬਣਾਉਣ ਵਾਸਤੇ ਇੱਥੇ ਆਪਾਂ ਇੱਕ ਆਪਣੇ ਕੋਲੋਂ ਵੇਰੀਏਬਲ ਡਿਫਾਈਨ ਕਰਨ ਲੱਗੇ ਠੀਕ ਹੈ ਔਰ ਉਹ ਵੇਰੀਏਬਲ ਕਿਹੜਾ ਉਹਨੂੰ ਆਪਾਂ ਇਦਾਂ ਡਿਫਾਈਨ ਕਰ ਰਹੇ ਲੈਟ m be small n ਇੱਕ ਸਿੰਬਲ ਡਿਫਾਈਨ ਕਰ ਰਿਹਾ ਇਹ ਆਪਣੇ ਕੋਲੋਂ ਵੇਰੀਏਬਲ ਲੈ ਰਹੇ ਆ let m be the mass per unit area m be the mass per unit area of the disk ठीक है ਜਿਹੜੀ ਡਿਸਕ ਵਾ ਹਨਾ ਜੇ ਮੈਂ ਇਹਦਾ ਯੂਨਿਟ ਏਰੀਆ ਲਵਾਂ ਕਿਤੋਂ ਵੀ ਇਸ ਪੂਰੀ ਡਿਸਕ ਦਾ ਵਿੱਚੋਂ ਇਹਦਾ ਯੂਨਿਟ ਏਰੀਆ ਲਵਾਂ ਉਹਦਾ ਮਾਸ ਅਸੀਂ m ਮੰਨ ਲਿਆ ਇੱਕ ਨੂਮੈਰੀਕਲ ਚ ਮੈਥਡ ਚੰਗੀ ਤਰ੍ਹਾਂ ਸਮਝ ਲਿਓ देयरफॉर ठीक है ਜੇ ਮੈਂ ਪੂਰੀ ਡਿਸਕ ਦਾ ਏਰੀਆ ਲੈ ਲਵਾਂ ਇੱਕ ਮੈਂ ਪੂਰੀ ਡਿਸਕ ਦਾ ਮਾਸ ਲਿਖ ਲਾਂਗਾ ਇੱਕ ਜਿਹੜੀ ਰਿਮੂਵ ਕਰਨੀ ਉਹਦਾ ਮਾਸ ਲਿਖ ਲਵਾਂਗਾ ਇੱਕ ਜਿਹੜਾ ਪੈਂਡਿੰਗ ਮਾਸ ਹੋਏਗਾ ਉਹ ਲਿਖ ਲਵਾਂਗਾ ਫਿਰ ਇਹਨਾਂ ਵੇਰੀਏਬਲਸ ਨੂੰ ਯੂਜ਼ ਕਰਾਂਗੇ ਪ੍ਰਿੰਸੀਪਲ ਆਫ ਮੂਵਮੈਂਟ ਦੇ ਅੰਦਰ ਉਹਦੇ ਲਈ कंडीशन है तो इतना बना रहे हैं कि जे मास ऑफ होल डिस्क लिखा ठीक है जे मास ऑफ होल डिस्क लिखना तो ਆਪਾਂ कैपिटल M कह देने ਇਹਦੀ ਵੈਲਿਊ ਲਿਖਣੀ ਹੋਵੇ ਤੇ ਬੇਟਾ ਇਹਨੂੰ ਆਪਾਂ ਲਿਖਣ ਲਈ ਕੀ ਕਰਨ ਲੱਗੇ ਯੂਨਿਟ ਏਰੀਆ ਹੋਵੇ 1 ਯੂਨਿਟ ਏਰੀਆ ਹੋਵੇ ਤਾਂ ਉਹਦਾ ਮਾਸ ਸਮਾਲ m ਆ ਪੂਰੀ ਡਿਸਕ ਦਾ ਮਾਸ ਕਿੰਨਾ ਬਣਿਆ ਕਹਿੰਦਾ ਜੀ ਉਹ ਪੂਰੀ ਡਿਸਕ ਦਾ ਏਰੀਆ ਲੈ ਲਓ ਤੇ ਪੂਰੀ ਡਿਸਕ ਦੇ ਏਰੀਏ ਨੂੰ ਜੇ ਮੈਂ ਇਹਨਾਂ ਮਲਟੀਪਲਾਈ ਕਰ ਲਵਾਂ ਤੇ ਮੇਰੇ ਕੋਲ ਕੰਪਲੀਟ ਮਾਸ ਆ ਜਾਏਗਾ ਡਿਸਕ ਦਾ ਏਰੀਆ ਲੈਣਾ ਡਿਸਕ ਸਰਕੂਲਰ ਆ ਤੇ ਡਿਸਕ ਦਾ ਏਰੀਆ ਆ ਜਾਏਗਾ ਪਾਈ r ਸਕੁਅਰ ਯੂਨਿਟ ਏਰੀਆ ਦਾ ਮਾਸ m ਆ ਗਿਆ ਇਨਟੂ ਕੰਪਲੀਟ ਡਿਸਕ ਦਾ ਏਰੀਆ ਪਾਈ r ਸਕੁਅਰ क्या ਇੰਨੀ ਗੱਲ ਸਮਝ ਆਈ Yes, sir. Yes, sir. ਹੁਣ ਇਹ ਪੂਰੀ ਡਿਸਕ ਦਾ ਆ ਗਿਆ ਜਿਹੜੀ ਡਿਸਕ ਅਸੀਂ ਕੱਟਣੀ ਆ ਦੇ ਵਿੱਚੋਂ ਉਹਦਾ ਰੇਡੀਅਸ ਮੈਨੂੰ ਪਤਾ ਇਹਦਾ ਮਤਲਬ ਉਹਦਾ ਏਰੀਆ ਵੀ ਪਤਾ ਤੇ ਉਹਨੇ ਏਰੀਆ ਦਾ ਮਾਸ ਕੱਢੀਏ ਕਿੰਨਾ ਉਹਦੇ ਲਈ ਕੀ ਕਰਾਂਗੇ ਨਾ ਏਰੀਆ ਆਫ ਡਿਸਕ ਰਿਮੂਵਡ ਜਿਹੜੀ ਡਿਸਕ ਤੁਸੀਂ ਰਿਮੂਵ ਕਰਨੀ ਉਹਦਾ ਏਰੀਆ ਲਿਖ ਲਓ ਆਪਾਂ ਇਹਨੂੰ a1 ਕਹਿ ਦਿੰਨੇ ਔਰ ਉਹ ਏਰੀਆ ਆ ਗਿਆ ਪਾਈ ਇਨਟੂ r/6 ਸਕੁਅਰ ठीक है r/2 डिस्टेंस ਤੇ ਕੱਟੀ ਆ ਤੇ r/6 ਉਹਦਾ ਸਾਈਜ਼ ਹੈਗਾ ਇਸ ਲਈ ਪਾਈ ਇਨਟੂ r/6 ਸਕੁਅਰ ਕਰਨਾ ਤੇ ਮੇਰੇ ਕੋਲ ਇੰਨਾ ਏਰੀਆ ਅਸੀਂ ਡਿਸਕ ਦਾ ਰਿਮੂਵ ਕਰਨਾ ਤੇ ਇੰਨੇ ਏਰੀਆ ਦਾ ਮਾਸ ਬਣਾ ਲਓ देयरफॉर ਮਾਸ ਆਫ ਡਿਸਕ ਰਿਮੂਵਡ ਜਿਹੜੀ ਡਿਸਕ ਰਿਮੂਵ ਕਰਨੀ ਉਹਦਾ ਮਾਸ ਉਹਨੂੰ ਆਪਾਂ m1 ਕਹਿ ਦਿੰਨੇ ਠੀਕ ਹੈ m1 ਦੀ ਵੈਲਿਊ ਕੀ ਆ ਜਾਊਗੀ ਯੂਨਿਟ ਏਰੀਆ ਦਾ ਮਾਸ m1 यूनिट एरिया ਦਾ ਮਾਸ m ਆ ਤੇ ਇੰਨੇ ਏਰੀਆ ਦਾ ਮਾਸ ਕਰ ਦੋ ਯਾਨੀ ਇਨਟੂ a1 ਤੇ देयरफॉर ਆਪਣੇ ਕੋਲ ਜਿਹੜਾ ਐਸ ਸੱਚ m1 ਹੋਏਗਾ ਉਹਦੀ ਵੈਲਿਊ ਬਣ ਜਾਣੀ ਕਿੰਨੀ m ਇਨਟੂ ਪਾਈ r ਸਕੁਅਰ ਬਾਈ 36 ਕੀ ਗੱਲ ਕਲੀਅਰ ਹੋਈ ਬੇਟਾ Yes, sir. दोबारा बोलियो हिमांशु ਕੀ कह रहे हैं हिमांशु आवाज ब्रेक हो रही है लिख के पा दे बेटा फिर मैं देख रहा की कह रहे
इन्ना मास असी रिमूव करना ते इन्ना रिमूव करके साडे कोल बाकी दी पेंडिंग डिस्क दा मास कढो किन्ना बनदा ते देयरफॉर मास ऑफ रिमेनिंग डिस्क का मास आप m2 मान लिया वो आ जाएगा जी m माइनस m1 जिन्ना टोटल मास आ उहदे चो m1 मास जिहड़ा वा उसी रिमूव कर देने मास ऑफ होल डिस्क वो तो मास ऑफ होल डिस्क असी जिहड़ा वा वो यूनिट एस सच एरिया दी डिस्क दी फॉर्म च लिख लिया यूनिट एरिया दी डिस्क दा मास असी स्मॉल m मन्निया वा ते साडी पूरी डिस्क r रेडियस वाली जिहड़ी आ ਉਹਦੇ ਏਰੀਆ ਨਾਲ ਮਲਟੀਪਲਾਈ ਕਰ ਲਵਾਂ ਤੇ ਮੇਰੇ ਕੋਲ ਐਸ ਐਚ ਕੀ ਆ ਜਾਏਗਾ पूरी डिस्क ਦਾ मास आ जाओ सर हमने m से मल्टीप्लाई क्यों किया? बच्चे स्मॉल m किदा रेट आ मैं तो एक चीज इदा दसदा कि भी तेरे कोल 100 टॉफियां ਦਾ ਇੱਕ जार आ है ना ਤੇ ਉਹ ਇੱਕ ਟੌਫੀ ਦਾ ਰੇਟ ਕੱਢ ਕੇ ਰੱਖ ਲਿਆ ਕਿੰਨਾ ਤੇ ਤੈਨੂੰ ਮੈਂ ਪੁੱਛਾਂ ਜੀ ਪੂਰੇ जार ਦਾ ਰੇਟ ਕਿੰਨਾ ਤੇ ਤੂੰ ਕੀ ਕਰੇਂਗਾ ਇੱਕ ਟੌਫੀ ਦਾ ਜੋ ਰੇਟ ਆਇਆ ਠੀਕ ਹੈ ਨਾ ਅਮਾਉਂਟ ਪਰ ਯੂਨਿਟ ਕਿੰਨਾ ਜੀ 1 ਟੌਫੀ अमाउंट पर यूनिट 1 टॉफी मेरी 7 रुपए दी हुई ते इनटू 100 टॉफीज आ इनटू 100 जदों करांगा ते मेरे कोल एसएच पे सिर्फ रेट रह जू यस सर वो तो सिंपल आपा यूनिटरी मेथड लाया कि भी जे 1 मीटर स्क्वायर एरिया वा 1 मीटर स्क्वायर एरिया दा मास स्मॉल m हो गया ते मेरे कोल टोटल मान लो 10 मीटर स्क्वायर एरिया वा ते 10 मीटर स्क्वायर दा कितना मास आ जू इनटू 10 मीटर स्क्वायर करूंगा ना यस सर समझ लग गया मतलब फिर वो मीटर स्क्वायर कट्टे जाने सिर्फ मास रह जाएगा ते आपा की क्या आ चीज हैगी किलोग्राम पर मीटर स्क्वायर मास पर यूनिट एरिया यानी किलोग्राम पर मीटर स्क्वायर ठीक है ते आ एरिया मीटर स्क्वायर एदा मीटर स्क्वायर ते एदे किलोग्राम पर मीटर स्क्वायर जो मीटर स्क्वायर कट्टिया गया किलोग्राम जो मेरा टोटल मास आ गया क्लियर है यस सर चल ਹੁਣ ਜਿਹੜਾ ਬਾਕੀ ਦਾ ਮਾਸ B ਪੁਆਇੰਟ ਤੇ ਸ਼ਿਫਟ ਹੋਇਆ ਉਹ ਮੇਰਾ m2 ਆ ਗਿਆ ਤੇ m2 ਦੀ ਵੈਲਿਊ ਇਹਨਾਂ ਦੋਨਾਂ ਮਾਸਸ ਦੀ ਫਾਰਮ ਚ ਬਣ ਜਾਣੀ देयरफॉर ਆਪਣੇ ਕੋਲ ਆ ਜਾਏਗਾ m2 ਇਕੁਅਲ ਟੂ ਟੋਟਲ ਮਾਸ ਆਪਣੇ ਕੋਲ m pi r ਸਕੁਅਰ ਮਾਈਨਸ ਇਹਦੇ ਚੋਂ ਕਰ ਦੋ m pi r ਸਕੁਅਰ ਬਾਈ 36 ਤੇ m pi r ਸਕੁਅਰ ਮੇਰਾ ਕਾਮਨ ਬਣ ਜਾਣਾ ਬਾਕੀ ਟਰਮ 1 1 by 36 1 1 by 36 ਆ ਜਾਓ ਇਹਦਾ ਮਤਲਬ ਆਪਣੇ ਕੋਲ ਵੈਲਿਊ ਬਣ ਗਈ ਜੀ 35 by 36 ਹੈ ਨਾ ਤੇ देयरफॉर m2 ਜਿਹੜਾ ਹੋਏਗਾ ਉਹਦੀ ਵੈਲਿਊ ਬਣ ਗਈ 35 by 36 of m pi r square क्या आ मास क्लियर है सारे नु Yes, sir. यस सर ये किस चीज दा किस चीज दा मास आया और ये किथे लाई करदा पिया सर ये प्लेट का मास आया जब हमने वो डिस्क हटा दी बीच से काट कर बिल्कुल ये मेरे को मास आ गया जेड़ा ठीक है ये मास दी अमाउंट आ गई जेडी बी पॉइंट ते लाई कर दी ठीक है हुन असि जे प्रिंसिपल ऑफ मूवमेंट लगाइए एक सेकंड होल्ड करो हाँ जी ਹੁਣ ਇੱਥੇ ਮੇਰੇ ਕੋਲ ਮਾਸ m2 ਆ ਔਰ ਆ ਜਿਹੜਾ ਮਾਸ ਅਸੀਂ ਰਿਮੂਵ ਕੀਤਾ ਇੱਥੇ ਮਾਸ m1 ਸੀਗਾ ਅਸੀਂ ਦੋਨਾਂ ਮਾਸਿਸ ਦੀ ਇਸ ਸੈਂਟਰ ਦੇ ਅਬਾਊਟ ਕਹਿੰਦਾ ਜੀ ਮੂਵਮੈਂਟ ਵੈਲਿਊ ਲਿਖ ਦੇਣੀ ਹੈ ਜਿੰਨਾ ਮਾਸ ਇੱਥੇ ਪਿਆ ਵਾ ਉਹਦਾ weight m2g ਆ ਗਿਆ ਠੀਕ ਹੈ ਜਿਹੜਾ ਮਾਸ ਇੱਥੇ ਪਿਆ ਉਹਦਾ weight m1g ਆ ਗਿਆ ਇਧਰੋਂ ਪਰਪੈਂਡੀਕੂਲਰ ਡਿਸਟੈਂਸ OA ਆ ਗਿਆ ਇਧਰੋਂ ਪਰਪੈਂਡੀਕੂਲਰ ਡਿਸਟੈਂਸ OB ਆ ਗਿਆ ਤੁਸੀਂ ਇਹ ਦੋ ਚੀਜ਼ਾਂ ਨੂੰ O ਪੁਆਇੰਟ ਦੇ ਅਬਾਊਟ ਬੈਲੈਂਸ ਕਰ ਦਿਓ ठीक है तो अपना रिजल्टेंट वेरिएबल सॉल्व हो जाएगा इन जे इसको आगे करा कंटिन्यू कितना लिखांगा अकॉर्डिंग टू प्रिंसिपल ऑफ मूवमेंट्स बुक दे अंदर पुत ये न्यूमेरिकल थोड़ा जिहा टफ मेथड ना कीता होया इना सौखा हो जाएगा ठीक है फिर अपने आप च करना तो आसान लगेगा हुण जे इथों लेके चलिए तो प्रिंसिपल ऑफ मूवमेंट दे अकॉर्डिंगली m2g इनटू m2g मास जेड़ा इथे लाई करदा weight ओदा परपेंडिकुलर डिस्टेंस bo हो गया इक्वल टू इधरों आ गया m1g इनटू कहना जी oa क्या आ स्टेटमेंट समझ आई Yes, sir. यस सर
दोनों पासे g मेरा कैंसिल हो जाना m2 m1 की वैल्यू पुट अप कर दो m2 अपना बनया वा जी 35/36 ऑफ m into pi r square ठीक है इक्वल टू और जे साइन लेके चलो एक और चीज एदी मूवमेंट जे एंटी क्लॉकवाइज आ ओदी मूवमेंट क्लॉकवाइज है चीजां तो अगे दसियां एक पॉजिटिव एक नेगेटिव साइन इस वे छड़ सकते हो असि दोनों ने इक्वेट करके सिर्फ चलने और m1 की वैल्यू मेरे को आ गई जी m into pi r square by 36 into OA ਤੇ ਇਥੋਂ O to A ਦਾ ਡਿਸਟੈਂਸ ਕੁਐਸਚਨ ਚ ਗਿਵਨ ਆ r/2 को ਨਾਲ ਸਬਸਟੀਟਿਊਟ ਕਰ ਲਓ ਤੇ ਜੇ ਇਥੋਂ ਹੁਣ ਇਹਨੂੰ ਸੋਲਵ ਕਰੀਏ ਠੀਕ ਹੈ ਆਪਣੇ ਕੋਲ ਅਨਨੋਨ ਵੇਰੀਏਬਲ ਆਪਾਂ m ਇੰਟਰੋਡਿਊਸ ਕੀਤਾ ਸੀ कैंसिल हो जाएगा ठीक है जी पाई r स्क्वायर कैंसिल हो जाएगा ठीक है 36 कैंसिल हो जाएगा अल्टीमेट अपने को जेडी टर्म बचदी भी इधरों बच गई 35 into b और वैल्यू नहीं लिखी इधर क्या into x भी होगा into x left side आ लिखया सी पुੱਤ ਉਹ ਦੇਖਿਆ ਨਹੀਂ ਇੱਥੇ ਲਿਖਿਆ ਹੋਇਆ ਸੀਗਾ ਆ ਰਹਿ ਗਿਆ ਸੀਗਾ 35x 35 इक्वल टू आ गया r/2 ਇਹਨੂੰ ਸੋਲਵ ਕਰਕੇ ਜੇ ਅਸੀਂ ਅਨਨੋਨ ਡਿਸਟੈਂਸ x ਕੈਲਕੂਲੇਟ ਕਰ ਲਈਏ ਤੇ ਆਪਣੀ ਵੈਲਿਊ ਆ ਜਾਏਗੀ r/70 यानी रेडियस ਦਾ 1/70 पोर्शन जिथे बनदा होएगा मतलब साडा सेंटर ऑफ मास अगे नालों ओथे शिफ्ट हो गया क्या आ कैलकुलेशन क्लियर है सारी yes sir Yes, sir. मेथड क्लियर है सारे yes sir Yes, sir. yes sir एक न्यूमेरिकल सेम इसे पैटर्न पे लिखा रहे हैं जल्दी जल्दी लिखूंगे और हुनी सॉल्व करूंगे जल्दी कैमरा में न्यूमेरिकल दे अंदर कि भी तोड़ को जेडी एसएच सर्कुलर डिस्क आ है ना ओदा डायमीटर ने अपने क्वेश्चन दे अंदर जो दिता आपन ठीक है जी ओथे डिस्क दिती है अपने को 56 सेंटीमीटर सी ना yes 56 सेंटीमीटर यानी अपने को ओरिजिनल डिस्क का रेडियस जेड़ा वो 28 सेंटीमीटर हो गया ठीक है यानी आ सेंटर टू एज जेड़ा मेरा वा O to A तक मेरा डिस्टेंस जेड़ा 28 सेंटीमीटर हुन पुत्र ओने एसएच जिथे डिस्क कट्टी आ वो डिस्टेंस कितना ओने किया वा ओने कहा जी एसएच तोड़ को 21 सेंटीमीटर वाली 21 सेंटीमीटर रेडियस वाली तुसी डिस्क कटनी आ और डिस्क कट्टी आ एज तो जाके यानी आ था तो तुसी डिस्क दी कटिंग कीती एक तरह आ डिस्क दी कटिंग कर दे पए इन्नी गल समझ लगी जिन्होंने नहीं कीता सी क्या जा रही yes sir आ तुसी डिस्क कट्टी आ ठीक है ये एज तो 21 सेंटीमीटर ਇਹਦਾ ਕਹਿੰਦਾ ਜੀ ਡਿਸਟੈਂਸ ਆ ਇਹਦਾ ਮਤਲਬ ਜੇ ਮੈਂ ਇਸ ਤੋਂ ਲੈ ਕੇ ਚੱਲਾਂ ਤੇ O ਤੋਂ ਲੈ ਕੇ A ਤੱਕ ਦਾ ਡਿਸਟੈਂਸ ਜੇ 28 ਸੈਂਟੀਮੀਟਰ ਗਿਵਨ ਆ ਹਨਾ ਤੇ ਜਿੱਥੇ ਤੁਸੀਂ ਡਿਸਕ ਕੱਟੀ ਆ ਉਹਦਾ ਸੈਂਟਰ ਜਿਹੜਾ ਹੈਗਾ ਇਹਦਾ ਡਾਇਆਮੀਟਰ ਉਹਨੇ SH42 ਕਿਹਾ ਤੇ ਇਹਦਾ ਸੈਂਟਰ ਜਿਹੜਾ ਹੋਏਗਾ ਉਹ O ਤੋਂ ਕਿੰਨੇ ਡਿਸਟੈਂਸ ਤੇ ਹੋ ਗਿਆ ਜੀ 7 सेंटीमीटर ਇਹਦਾ ਮਤਲਬ ਇਹ ਹੋ ਗਿਆ ਆ ਜਿਹੜੀ ਡਿਸਕ ਆਪਾਂ ਰਿਮੂਵ ਕਰਨੀ ਆ ਇਸ ਡਿਸਕ ਦਾ ਜਿਹੜਾ ਸੈਂਟਰ ਹੈਗਾ ਇਹਨੂੰ ਆਪਾਂ ਨਾਮ A ਇਹਨੂੰ B ਪੁਆਇੰਟ ਦੇ ਦਿਓ ਇਹ B ਪੁਆਇੰਟ O ਤੋਂ 7 ਸੈਂਟੀਮੀਟਰ ਤੇ ਆ ਕੀ ਆ ਗੱਲ ਸਮਝ ਆਈ yes sir ਇਹਦਾ ਮਤਲਬ O ਤੋਂ ਲੈ ਕੇ B ਤੱਕ ਦਾ ਡਿਸਟੈਂਸ ਜਿਹੜਾ ਇਹ 7 ਸੈਂਟੀਮੀਟਰ ਆ ਤੇ ਜਦੋਂ ਆਪਾਂ ਇਸ ਸਾਈਡ ਤੋਂ ਡਿਸਕ ਕੱਟ ਲਈ ਆ ਸਾਈਡ ਮੇਰੀ ਹਲਕੀ ਹੋ ਗਈ ਤੇ ਇਧਰਲੀ ਸਾਈਡ ਮੇਰੀ ਭਾਰੀ ਹੋ ਜਾਣੀ ਇਹਦਾ ਮਤਲਬ ਸੈਂਟਰ ਮਾਸ ਮੇਰਾ ਫੇਰ ਆ ਕਿਸੇ C ਪੁਆਇੰਟ ਤੇ ਸ਼ਿਫਟ ਹੋ ਜੂ ਜਿਹੜਾ ਕਿ x ਡਿਸਟੈਂਸ ਤੇ ਹੋਏਗਾ ਇੰਨੀ ਗੱਲ ਕਲੀਅਰ ਆ Yes, sir. yes sir ਜਿਨ੍ਹਾਂ ਦਾ ਨਹੀਂ ਸੋਲਵ ਹੋਇਆ ਸੀ ਉਹ ਜ਼ਰੂਰ ਰਿਸਪੌਂਡ ਕਰੋ ਕਿ ਉਹਨਾਂ ਨੂੰ ਗੱਲ ਸਮਝ ਲੱਗੀ yes sir yes sir ਜੇ ਆਪਾਂ ਇਸ ਮੂਵਮੈਂਟ ਤੇ ਇੱਥੇ ਫੇਰ ਚੱਲੀਏ ਡਿਟੋ ਵਰਡਸ ਆਹੀ ਮੈਥਡ ਫੇਰ ਆ ਤੁਸੀਂ ਪੂਰੀ ਡਿਸਕ ਦਾ ਮਾਸ ਕੱਢ ਲਓ ਜਿਹੜਾ ਆਪਾਂ ਰਿਮੂਵਡ ਪੋਰਸ਼ਨ ਆ ਉਹਦਾ ਮਾਸ ਕੱਢ ਦਈਏ ਤੇ ਜਿਹੜਾ ਬਾਕੀ ਦਾ ਪੈਂਡਿੰਗ ਉਹਦਾ ਮਾਸ ਕੱਢ ਲਓ ਪੂਰੀ ਡਿਸਕ ਦਾ ਮਾਸ ਕੱਢਣਾ ਠੀਕ ਹੈ ਜੀ ਪੂਰੀ ਡਿਸਕ ਦਾ ਮਾਸ ਕੱਢਣਾ ਆਪਾਂ ਤੇ ਮਾਸ ਆਫ ਅ ਡਿਸਕ ਆਪਣੇ ਕੋਲ ਕੈਲਕੂਲੇਟ ਕਰਨ ਲਈ ਇੱਕ ਵੇਰੀਏਬਲ ਫੇਰ ਉਹੀ ਲਵਾਂਗਾ ਸਮਾਲ m ਜਿਹਨੂੰ ਅਸੀਂ ਡਿਫਾਈਨ ਕੀਤਾ ਮਾਸ ਪਰ ਯੂਨਿਟ ਏਰੀਆ ਠੀਕ ਹੈ ਯੂਨਿਟ ਏਰੀਆ ਦਾ ਮਾਸ ਮੇਰੇ ਕੋਲ ਇੰਨਾ ਵਾ ਤੇ ਆਪਣੀ ਪੂਰੀ ਡਿਸਕ ਦਾ ਜਿੰਨਾ ਏਰੀਆ ਉਹਦਾ ਮਾਸ ਕੱਢ ਲਓ ਤੇ ਪੂਰੀ ਡਿਸਕ ਦਾ ਏਰੀਆ ਜਿਹੜਾ ਮੇਰੇ ਕੋਲ ਹੋਏਗਾ ਉਹ ਪਾਈ ਇਨਟੂ r1 ਸਕੁਅਰ ਠੀਕ ਹੈ ਜੀ ਇਸ ਏਰੀਆ ਦੇ ਨਾਲ ਪੂਰੀ ਡਿਸਕ ਦਾ ਮਾਸ ਡਿਫਾਈਨ ਕਰ ਦਿੰਨੇ
इनू m लिख लो और ये आ गया मेरे को पाई r1 स्क्वायर इनटू m वैल्यू लास्ट जाके भर दांगे ठीक है आ मेरे को पाई r1 स्क्वायर m मास बन गया पूरी डिस्क का हुन जेडी डिस्क रिमूव करनी आ ओदा मास लिख लो ठीक है मास ऑफ रिमूव्ड पोर्शन मास ऑफ रिमूव्ड पोर्शन जे मैं कढना वा ते रिमूव्ड पोर्शन नु m2 कह दो ओदा मास मेरे को आ जाएगा m into पाई r2 स्क्वायर आ क्लियर आ यस और जेडी डिस्क रिमूव कीती ओदा रेडियस कितना जी 21 21 हो गया इथे अपना जेड़ा r2 आ ये अपने को 21 सेंटीमीटर आ ते देयरफॉर अपने को जेड़ा एज सच पेंडिंग मास होएगा जेड़ा अपना पेंडिंग मास होएगा ओनु ਆਪਾਂ m कोई वेरिएबल दे दो ओनु m3 लिख देंगे ठीक है सिंबल जो मर्जी दे लो और ये आ जाएगा जी m m2 करके ते देयरफॉर अपने को m3 दी वैल्यू आ गई पाई r1 स्क्वायर m माइनस पाई r2 स्क्वायर इनटू m इतना क्लियर है बेटा यस सर अपने को लेके चलिए मानी वर्ड से कि भी प्रिंसिपल ऑफ मूवमेंट अप्लाई कर दो तो देयरफॉर अपने को आ जाएगा अकॉर्डिंग टू प्रिंसिपल ऑफ मूवमेंट्स दे अकॉर्डिंगली जेड़ा सी ते मास गया है ना जेड़ा सी पॉइंट ते मास गया तो सी पॉइंट ते मास आ गया कितना अपना सी पॉइंट ते कितना मास अपना m पाई 21 का स्क्वायर चलो इथों ले लेने अपने को एस सच लिखिए ते m3 जी ये वेट आ गया m3 मास आ ते इथे वेट जेड़ा m3 जी आ गया ते परपेंडिकुलर डिस्टेंस मेरा co आ गया और दूसरे पासे जेड़ा अपना रिमूव्ड b पॉइंट ते मास सीगा ओदी वैल्यू अपने को m2 सीगी m2g इनटू कहना जी अपने को डिस्टेंस ob आ गया ते इना दी वेरिएबल दी वैल्यू पुट कर लिए g अपना कैंसिल हो जाना m3 जे लेके चलिए ते m3 दी वैल्यू अपने को कितनी बन गई जी m पाई इनटू ठीक है r1 स्क्वायर माइनस r2 स्क्वायर ठीक है जी इतना आ जाएगा इक्वल टू इधरों अपना m2 आ गया है ना m2 दी वैल्यू भर लो ते m2 दी वैल्यू अपने को सीगी m इनटू पाई r2 स्क्वायर ठीक है जी इनटू ob और इधरले पासे अपना डिस्टेंस जेड़ा सीगा एस चलाया अपना वो x आ जाएगा इतना क्लियर है पहलो यस सर यस सर वेरिएबल काट लो m ते पाई अपना s च कैंसिल हो जाना अपने को वेरिएबल केड़ा केड़ा बचा जी x आ गया अपने को r2 स्क्वायर इनटू ob ते ob दी लेंथ साडी 7 सेंटीमीटर सी r2 स्क्वायर इनटू 7 ओवर r1 स्क्वायर माइनस r2 स्क्वायर r1 स्क्वायर माइनस r2 स्क्वायर ते जे आ तिन्ने दे तिन्ने वेरिएबल लेके चलना r2 साडा एसएच गिवन है 21 r1 ਤੁਹਾਡੇ ਕੋਲ गिवन है ਤੁਹਾਡਾ एसएच ਸੀਗਾ ਜੀ ਕਿੰਨਾ 28 ਤੇ ਪੁੱਤ ਮਾਈਨਸ ਇਹਦੇ ਚ ਕਿਤੇ ਵੀ ਨਹੀਂ ਆਇਆ ਆਪਣਾ माइनस अपना कितने भी नहीं बनता है जी इसके वैल्यू पुट अप करिए तो 7 into 21 स्क्वायर ओवर आ गया अपने को 28 स्क्वायर माइनस 21 स्क्वायर आ बनना बच्चे इन्हें सॉल्व कर दो तो अपनी x वेरिएबल दी वैल्यू आ जाएगी हो जो yes sir ये माइनस टर्म आना माइनस इको चीज दिमाग च सिग्निफाई करियो आ जे ओरिजिन वाली आपा ओरिजिन नु इनु ओरिजिन मन्निया आपा ओरिजिन दी राइट साइड मेरी पॉजिटिव आ ते जेड़ा सेंटर मास अपना शिफ्ट होया वो नेगेटिव साइड पे शिफ्ट हो गया सिर्फ माइनस दा मतलब ये होएगा कि सेंटर ऑफ मास शिफ्टेड टुवर्ड्स द कहंदा जी नेगेटिव साइड ऑफ द ओरिजिन दैट द मीन ऑफ द कहंदा जी नेगेटिव साइड क्या दोनों न्यूमेरिकल क्लियर है सर यस सर तो इसमें भी तो लेफ्ट साइड में हुआ फिर माइनस नहीं आया माइनस आना ही नहीं माइनस जे एस च लेके आना ਤੁਹਾਡੀ ਕੈਲਕੂਲੇਸ਼ਨ ਚ ਕਿਉਂ ਆਇਆ ਮੈਨੂੰ ਪਾ ਦਿਓ ਮੈਂ ਦੇਖ ਲਾਂਗਾ ਤੁਸੀਂ ਕਿੱਥੇ ਗਲਤੀ ਕੀਤੀ ਅਦਰਵਾਈਜ਼ ਇੱਥੇ r1 ਗ੍ਰੇਟਰ ਆ r2 ਸਮਾਲਰ ਇਸ ਲਈ ਮਾਈਨਸ ਤਾਂ ਬਣਨੀ ਨਹੀਂ ਬੇਟਾ ਕਿਤੇ ਵੀ yes sir ਹਾਂਜੀ ਉਹਦੀ ਸਟੇਟਮੈਂਟ ਨਾਲ ਦੁਬਾਰਾ ਗੱਲ ਸ਼ੁਰੂ ਕਰ ਰਹੇ ਹਾਂ ਉਹਨੇ ਆਪਾਂ ਨੂੰ ਕਿਹਾ ਜੀ ਇੱਕ ਸੋਲਿਡ ਕੋਨ ਗਿਵਨ ਆ ਯਾਨੀ ਕੋਨਿਕਲ ਸ਼ੇਪ ਚ ਆਪਣੇ ਕੋਲ ਇੱਕ ਬਾਡੀ ਗਿਵਨ ਆ ਠੀਕ ਹੈ ਜਿਹਦਾ ਰੇਡੀਅਸ ਉਹਨੇ ਕਿਹਾ ਜੀ ਤੁਹਾਡੇ ਕੋਲ r ਗਿਵਨ ਆ ਉਹਦਾ ਬੇਸ ਰੇਡੀਅਸ ਔਰ ਉਹਦੀ ਵਰਟੈਕਸ ਤੋਂ ਉਹਦੇ ਬੇਸ ਤੱਕ ਦੀ ਹਾਈਟ h ਗਿਵਨ ਆ ਉਹਨੇ ਕਿਹਾ ਜੀ ਲੋਕੇਟ ਕਰੋ ਕਿ ਇਹਦਾ ਸੈਂਟਰ ਆਫ ਮਾਸ ਕਿੱਥੇ ਆਏਗਾ ਬੇਟਾ
क्या स्टेटमेंट समझ आई? Yes, sir. Yes, sir. ਜੇ ਨੂੰ ਆਪਾਂ ਫਿਗਰ ਵਾਈਜ਼ ਲੈ ਕੇ ਚੱਲੀਏ ਤੇ ਆਪਣੇ ਕੁਐਸਚਨ ਚ ਉਹਨੇ ਆ ਗਿਆ ਵਾ ਕਿ ਵੀ ਤੁਹਾਡੇ ਕੋਲ ਇੱਕ ਆਪਣੇ ਕੋਲ ਰਾਈਟ ਸਰਕੂਲਰ ਸੋਲਿਡ ਸ਼ੇਪ ਚ ਯਾਨੀ ਸੋਲਿਡ ਕੋਨ ਗਿਵਨ ਆ ਜਿਹੜਾ ਬੇਸ ਉਹਦਾ ਗਿਵਨ ਆ ਬੇਸ ਦਾ ਰੇਡੀਅਸ ਉਹਨੇ ਮੈਨੂੰ ਐਸ ਸੱਚ ਡਿਫਾਈਨ ਕਰ ਦਿੱਤਾ ਕਿ ਬੇਸ ਰੇਡੀਅਸ ਉਹਦਾ r ਹੈਗਾ ਠੀਕ ਹੈ ਔਰ ਇਹਦੇ ਵਰਟੈਕਸ ਤੋਂ ਇਹਦੀ ਜਿਹੜੀ ਹਾਈਟ ਗਿਵਨ ਆ ठीक है ਇਹਦੀ ਜਿਹੜੀ ਹਾਈਟ ਗਿਵਨ ਆ ਇਹ ਮੇਰੇ ਕੋਲ ਐਸ ਸੱਚ ਉਹਨੇ ਹਾਈਟ ਦੀ h ਡਿਫਾਈਨ ਕਰ ਦਿੱਤੀ यानी आ मेरे को टोटल हाइट दी h गिवन है क्या इतनी स्टेटमेंट क्लियर है Yes, sir. Yes, sir. चल हुन अपने कोल एज सच जदों ਇਹਦਾ ਆਪਾਂ ਲੱਭਣਾ ਕਿ ਸੈਂਟਰ ਆਫ ਮਾਸ ਇਹਦਾ ਕਿੱਥੇ ਲਾਈ ਕਰੇਗਾ ਨਾ ਤੇ ਪੁੱਤ ਇਹਦੇ ਨਾਲ ਰਿਲੇਟਡ ਇੱਕ ਨੂਮੈਰੀਕਲ ਦੀ ਹੋਰ ਗੱਲ ਕਰਦਾ ਜੇ ਯਾਦ ਹੋਵੇ ਆਪਾਂ ਸੈਂਟਰ ਆਫ ਮਾਸ ਆਫ ਯੂਨੀਫਾਰਮ ਰੋਡ ਕੱਢਿਆ ਸੀ क्या याद है ਕਿਸੇ ਨੂੰ ਉਹਦਾ ਮੈਥਡ ਕੀ ਦੱਸਿਆ ਸੀ कौन सारे शांत सुनो गल ध्यान नाल पहले थोड़ा रेफरेंस देन लगिया दिमाग च लेके आइयो गल ਅਸੀਂ ਕਿਹਾ ਸੀ ਜੀ ਆ ਮੇਰੇ ਕੋਲ ਐਸਾ ਜੀ ਕਿ ਕੋਈ ਰਿਜਿਡ ਐਂਡ ਆ ਠੀਕ ਹੈ ਇਸ ਰਿਜਿਡ ਐਂਡ ਦੇ ਉੱਤੇ ਆ ਮੰਨ ਲਓ ਮੇਰੇ ਕੋਲ ਇੱਕ ਕੋਈ L ਲੈਂਥ ਵਾਲੀ ਰੋਡ ਹੈਗੀ ਆ ਠੀਕ ਹੈ ਜਿਹੜਾ ਇਸ ਐਂਡ ਨੂੰ ਅਸੀਂ 0 ਐਂਡ ਮੰਨਦੇ ਪਏ ਆ ਤੇ ਆ ਰੋਡ ਦਾ ਐਂਡ ਦੂਸਰਾ ਜਿਹੜਾ L ਮੀਟਰ ਦੂਰ ਆ ਰਿਹਾ ਯਾਨੀ ਇਹਦੇ ਕੋਆਰਡੀਨੇਟ L0 ਆ ਠੀਕ ਹੈ ਤੇ ਅਸੀਂ ਕਿਹਾ ਸੀ ਜੇ ਇਸ ਪੂਰੀ ਰੋਡ ਦਾ ਸੈਂਟਰ ਆਫ ਮਾਸ ਲੱਭਣਾ ਕਿੱਥੇ ਆ ਅਸੀਂ ਕਿਹਾ ਸੀ ਇਹਦੇ ਸੈਂਟਰ ਇਹਦੇ ਐਜ ਤੋਂ ਠੀਕ ਹੈ ਜੀ ਐਸ ਸੱਚ x ਡਿਸਟੈਂਸ ਦੇ ਉੱਤੇ ਜਾ ਕੇ ਇੱਕ ਸਮਾਲ ਰੋਡ ਦਾ ਐਲੀਮੈਂਟ ਕੰਸੀਡਰ ਕਰੋ ਜਿਹੜਾ ਸਮਾਲ ਐਲੀਮੈਂਟ ਕੰਸੀਡਰ ਕਰਾਂਗੇ ਠੀਕ ਹੈ ਇਹਦੀ ਥਿਕਨੈਸ ਜਿਹੜੀ ਆ ਹਨਾ ਇਹਨੂੰ ਅਸੀਂ dx ਮੰਨ ਲਿਆ ਤੇ ਅਸੀਂ ਕਿਹਾ ਸੀ ਇਸ ਸਮਾਲ ਜਿਹੜਾ ਐਲੀਮੈਂਟ ਲਿੱਤਾ ਇਹਦਾ ਮਾਸ ਕੱਢ ਲਓ ਇਹਦਾ ਮਾਸ ਕੱਢ ਕੇ ਸਮਾਲ ਐਲੀਮੈਂਟ ਦਾ ਠੀਕ ਹੈ ਜੀ ਜਿਹੜਾ ਕਿ ਇਹਦੇ ਐਜ ਤੋਂ x ਡਿਸਟੈਂਸ ਤੇ ਆ ਤੇ ਇਹਦਾ ਸਮਾਲ ਮਾਸ ਕੈਲਕੂਲੇਟ ਕਰਕੇ ਮੁੜ ਕੇ ਅਸੀਂ ਉਹਨੂੰ ਇੰਟੀਗ੍ਰੇਟ ਕਰਕੇ ਸੋਲਵ ਕੀਤਾ ਸੀ क्या आ स्टेप है दिमाग च जो बोलदा पिया Yes, sir. Yes, sir. रिजल्ट फिर उस तो बाद ये आया सी कि भी जेड़ा सेंटर ऑफ मास रॉड दा हुंदा ओदे मिडवे लाई करदा ते ओदा कोऑर्डिनेट मेरे को आया सी L/2 कि जे L लेंथ दी रॉड आ और ਇਹਦੇ ਅੰਦਰ मास यूनिफॉर्मली डिस्ट्रीब्यूटेड आ ਤੇ ਰॉड ਦੇ ਸੈਂਟਰ ਤੋਂ L/2 ਡਿਸਟੈਂਸ ਦੇ ਉੱਤੇ ਮੇਰੇ ਕੋਲ ਉਹਦਾ ਸੈਂਟਰ ਆਫ ਮਾਸ लाई ਕਰਦਾ ਵਾ ਹੁਣ ਇਸੇ ਮੈਥਡ ਨਾਲ ਹੀ ਮੇਰੇ ਕੋਲ ਆ ਉਹਨੇ ਬਣਾ ਦਿੱਤਾ ਕਿ ਜੇ ਰੋਡ ਦੀ ਥਾਂ ਤੇ ਇੱਕ ਮੇਰੇ ਕੋਲ ਕੋਨ ਕਹ ਲੋ ਕਿ ਵੀ ਸਰਕੂਲਰ ਕੋਨ ਗਿਵਨ ਆ ਸਰਕੂਲਰ ਬੇਸ ਵਾਲਾ ਕੋਨ ਗਿਵਨ ਆ ਤੇ ਇਹਦਾ ਸੈਂਟਰ ਆਫ ਮਾਸ ਕਿੱਥੇ ਆ ਤੇ ਵੈਸੇ ਤਾਂ ਵੈਲਿਊ ਉਹਦਾ ਵੀ ਯਾਦ ਰੱਖੋਗੇ ਮੈਂ ਤੁਹਾਨੂੰ ਅੱਗੇ ਵੀ ਗੱਲ ਕਹੀ ਆ ਕਿ ਸੈਂਟਰ ਆਫ ਮਾਸ ਸਿਮੈਟ੍ਰੀਕਲ ਸ਼ੇਪ ਬਾਡੀ ਦੇ ਕਿੱਥੇ ਕਿੱਥੇ ਲਾਈ ਕਰਦੇ ਉਹ ਯਾਦ ਹੋਣੇ ਚਾਹੀਦੇ ਆ ਜੇ ਸੋਲਿਡ ਸਫੀਅਰ ਆ ਠੀਕ ਹੈ ਜੇ ਮੇਰੇ ਕੋਲ ਸਰਕੂਲਰ ਰਿੰਗ ਵਾ ਜੇ ਸਰਕੂਲਰ ਡਿਸਕ ਵਾ ਇਹ ਸਾਰੇ ਦੇ ਸਾਰਿਆਂ ਦੇ ਜਿਹੜੇ ਸੈਂਟਰ ਆਫ ਮਾਸ ਇਹਨਾਂ ਦੇ ਜਿਓਮੈਟ੍ਰੀਕਲ ਸੈਂਟਰ ਤੇ ਲਾਈ ਕਰਦੇ ਆ ਜਿਹਦਾ ਟ੍ਰਾਇੰਗਲ ਦਾ ਜਿਓਮੈਟ੍ਰੀਕਲ ਸੈਂਟਰ ਉਹਦਾ ਸੈਂਟਰੋਇਡ ਆ ਠੀਕ ਹੈ ਇਦਾਂ ਹੀ ਇਸ ਰਾਈਟ ਸਰਕੂਲਰ ਕੋਨ ਦਾ ਜਿਹੜਾ ਐਸਐਚ ਸੈਂਟਰ ਹੋਏਗਾ ਜਿੱਥੇ ਦਾ ਮਾਸ ਸੈਂਟਰ ਆਫ ਮਾਸ ਲਾਈ ਕਰੇਗਾ ਉਹ ਇਹਦੇ ਬੇਸ ਤੋਂ h/4 ਹਾਈਟ ਤੇ ਹੁੰਦਾ ਇਹਦੇ ਬੇਸ ਤੋਂ ਠੀਕ ਹੈ h/4 ਹਾਈਟ ਦੇ ਉੱਤੇ ਇਹਦਾ ਸੈਂਟਰ ਆਫ ਮਾਸ ਲਾਈ ਕਰਦਾ ਹੁਣ ਇਹ ਚੀਜ਼ ਸਿੱਧੇ ਕਿਤੇ ਲੋੜ ਆ ਤਾਂ ਤੁਸੀਂ ਯਾਦ ਰੱਖ ਕੇ ਅਪਲਾਈ ਕਰ ਸਕਦੇ ਉਹ ਬਣਿਆ ਕਿਦਾਂ ਉਹਦੇ ਲਈ ਉਹਨੇ ਆ ਇੱਕ ਨੂਮੈਰੀਕਲ ਬਣਾਇਆ ਠੀਕ ਹੈ ਸੇਮ ਜਿੱਦਾਂ ਰੋਡ ਵਾਲੀ ਡੈਰੀਵੇਸ਼ਨ ਸੀਗੀ ਉਦਾਂ ਹੀ ਪੁੱਤ ਡੈਰੀਵੇਸ਼ਨ ਟਾਈਪ ਹੀ ਇਹ ਨੂਮੈਰੀਕਲ ਬਣਨਾ ਕੀ ਇੰਨੀ ਗੱਲ ਸਮਝ ਲੱਗ ਰਹੀ ਆ Yes, sir. Yes, sir. ਹੁਣ ਇਹਨੂੰ ਐਕਸਪਲੇਨ ਕਰ ਰਿਹਾ ਸਮਝਿਓ ਧਿਆਨ ਨਾਲ ਠੀਕ ਹੈ ਜੀ ਆਪਣੇ ਕੋਲ ਉਹਨੇ ਡਿਫਾਈਨ ਕਰ ਦਿੱਤਾ ਕਿ ਇਸ ਐਜ ਤੋਂ ਠੀਕ ਹੈ ਜੀ ਜਿਹੜਾ ਬੇਸ ਆ ਉਹ ਮੇਰੇ ਕੋਲ ਉਹ ਜਿਹੜਾ ਵਾ h ਮੀਟਰ ਹਾਈਟ ਤੇ ਆ ਅਸੀਂ ਇਸ ਦੇ ਅੰਦਰ ਕੀ ਕਰਨ ਲੱਗੇ ਹੁਣ ਆ ਪੁੱਤ ਇਹਦੀ ਹਾਈਟ ਜਿਹੜੀ ਆ ਤੇ ਉਹਦੇ ਅਕੋਰਡਿੰਗਲੀ ਇਹਦਾ ਏਰੀਆ ਜਿਹੜਾ ਉਹ ਵੇਰੀ ਕਰਦਾ ਪਿਆ ਨਾ ਅਸੀਂ ਐਸ ਦੇ ਵਿੱਚ ਕੀ ਕਰਨ ਲੱਗੇ ਇੱਕ ਇਹਦੇ ਅੰਦਰ ਕਹਿੰਦਾ ਜੀ ਸਰਕੂਲਰ ਡਿਸਕ ਲੈਣ ਲੱਗੇ ਆ ਠੀਕ ਹੈ ਜਿਹੜੀ ਕੀ ਐਸ ਚ ਮੇਰੇ ਕੋਲ ਇੱਥੇ ਆਪਾਂ ਕਿਸੇ ਵੀ ਰੀਜਨ ਚ ਦਿਖਾ ਦਿੰਨੇ ਆ ਇੱਕ ਸਰਕੂਲਰ ਡਿਸਕ ਲੈ ਰਿਹਾ ਸਰਕੂਲਰ ਡਿਸਕ ਜਿਹੜੀ ਕੰਸੀਡਰ ਕਰਾਂਗਾ ਇਹ ਐਸ ਚ ਸਰਕੂਲਰ ਡਿਸਕ ਇਹਦੇ ਇਸ ਮੂਵਮੈਂਟ ਤੇ ਉਹਦਾ ਰੇਡੀਅਸ x ਰੱਖ ਲਓ ਇੱਥੇ ਉਹ ਡਿਸਕ ਕੰਸੀਡਰ ਕਰਾਂਗਾ ਤੇ ਰੇਡੀਅਸ x ਵੇਰੀ ਕਰੂਗਾ ਯਾਨੀ ਹਰ ਥਾਂ ਤੇ ਰੇਡੀਅਸ x ਦੀ ਵੈਲਿਊ ਚੇਂਜੇਬਲ ਹੈ ਔਰ ਇਹਦੀ ਥਿਕਨੈਸ ਜਿਹੜੀ ਆ ਠੀਕ ਹੈ ਆ ਜਿਹੜੀ ਡਿਸਕ ਲੈ ਰਹੇ ਇਹਦੀ ਥਿਕਨੈਸ ਜਿਹੜੀ ਹੋਏਗੀ ਠੀਕ ਹੈ ਇਹਨੂੰ ਤੁਸੀਂ ਐਸ ਸੱਚ ਕਿਉਂਕਿ ਅਸੀਂ ਆ ਥਿਕਨੈਸ ਜਿਹੜੀ y ਐਕਸਿਸ ਤੇ ਲਾਈ ਕਰਦੀ ਪਈ ਆ ਥਿਕਨੈਸ ਇਹਦੀ ਜਿਹੜੀ ਆ ਮੇਰੇ ਕੋਲ ਆ ਥਿਕਨੈਸ ਇਹਦੀ y ਐਕਸਿਸ ਤੇ ਲਾਈ ਕਰਦੀ ਪਈ ਆ ਇਹਦੀ ਥਿਕਨੈਸ ਨੂੰ ਅਸੀਂ ਇੱਥੇ dy ਡਿਫਾਈਨ ਕਰਦੇ ਪਏ ਯਾਨੀ ਇੱਕ ਸਰਕੂਲਰ ਡਿਸਕ ਅਸੀਂ ਕਟਿੰਗ ਕਰ ਰਹੇ ਆ
ठीक है ਜਿਹੜੀ ਸਰਕੂਲਰ ਡਿਸਕ ਕਟਿੰਗ ਕਰ ਰਹੇ ਆ ਉਹ ਐਸ ਸੱਚ ਬੇਸ ਤੋਂ y ਮੀਟਰ ਹਾਈਟ ਤੇ ਆ क्योंकि y एक्सिस ਦੇ ਅਲੋਂਗ ਆਪਾਂ ਮੂਵ ਕਰਦੇ ਪਏ ਇਸ ਲਈ ਵੇਰੀਏਬਲ y ਦੀ ਫਾਰਮ ਚ ਲਿਖ ਰਹੇ ਆ ਠੀਕ ਹੈ ਇਸ ਬੇਸ ਤੋਂ y ਮੀਟਰ ਹਾਈਟ ਦੇ ਉੱਤੇ ਆ ਠੀਕ ਹੈ ਜਿਹੜਾ x ਰੇਡੀਅਸ ਵਾਲੀ ਡਿਸਕ ਆ dy ਉਹਦੀ ਥਿਕਨੈਸ ਹੈਗੀ ਇੰਨੀ ਗੱਲ ਸਮਝ ਲੱਗੀ yes sir yes sir ਇਹਦੇ ਵਰਟੈਕਸ ਤੋਂ ਹਾਈਟ ਜਿਹੜੀ ਹੈ ਜੀ ਠੀਕ ਹੈ ਜੀ ਇਹ ਮੇਰੇ ਕੋਲ ਪੈਂਡਿੰਗ ਹਾਈਟ ਉਹਦੀ h y ਰਹਿ ਗਈ ਇੰਨੀ ਗੱਲ ਕਲੀਅਰ ਆ yes sir yes ਹੁਣ ਕਿ ਵੀ ਐਸ ਸੱਚ ਇੱਥੇ ਫਿਰ ਆਪਾਂ ਇਹਨਾਂ ਵੇਰੀਏਬਲ ਦੀ ਵੈਲਿਊ ਬਣਾਣੇ ਉਹਦੇ ਲਈ ਫੇਰ ਪਿਛਲੇ ਵਾਲੇ ਨੂਮੈਰੀਕਲ ਮੈਥਡ ਲਵਾਂਗੇ ਕਿ ਤੁਹਾਡੀ ਗਿਵਨ ਸ਼ੇਪ ਦੇ ਅਕੋਰਡਿੰਗਲੀ ਉਹਦੇ ਯੂਨਿਟ ਲੈਂਥ ਦਾ ਯੂਨਿਟ ਏਰੀਆ ਦਾ ਯੂਨਿਟ ਵੋਲਿਊਮ ਦਾ ਪਹਿਲਾਂ ਮਾਸ ਡਿਫਾਈਨ ਕਰ ਲਓ ਹੁਣ ਇਸ ਵੇਲੇ ਜਿਹੜਾ ਕੋਨ ਆ ਕੋਨ ਦਾ ਮੇਰੇ ਕੋਲ ਵੋਲਿਊਮ ਡਿਫਾਈਨਡ ਹੋਣਾ ਠੀਕ ਹੈ ਤੇ ਜੇ ਕੋਨ ਦਾ ਵੋਲਿਊਮ ਆ ਤਾਂ ਆਪਾਂ ਇੱਕ ਵੇਰੀਏਬਲ ਡਿਫਾਈਨ ਕਰਨ ਲੱਗੇ ਲੈਟ m be ਦਾ ਸਮਾਲ m ਫੇਰ ਸਿੰਬਲ ਲੈ ਰਹੇ ਹਾਂ let m be the mass per unit volume of circular cone क्या वेरिएबल समझ लग गया yes sir yes sir एक चेंज करने लगे हैं मास बाय वॉल्यूम की हुंदा density मतलब ये हो गया सिंबल रो पा लेने हैं थोड़ा सौखा लगेगा कि मास लेट रो बी द मास पर यूनिट वॉल्यूम ऑफ सर्कुलर कोन यूनिट वॉल्यूम ਦਾ ਜਿਹੜਾ ਮਾਸ ਆ ਉਹਨੂੰ ਅਸੀਂ ਰੋ ਡਿਫਾਈਨ ਕਰ ਲਿਆ ਇੰਨੀ ਗੱਲ ਸਮਝ ਲੱਗੀ yes sir ਇਹਨੂੰ ਆਪਾਂ ਇਦਾਂ ਕਹਿੰਦੇ ਨੇ ਕਿ ਰੋ ਮੇਰੇ ਕੋਲ ਕੀ ਆ ਗਿਆ ਪੂਰੇ ਆਪਾਂ ਮਾਸ ਨੂੰ m ਡਿਫਾਈਨ ਕਰ ਲਓ ਠੀਕ ਹੈ ਤੇ ਪੂਰਾ ਵੋਲਿਊਮ ਸਰਕੂਲਰ ਕੋਨ ਦਾ ਵੋਲਿਊਮ ਆਪਣੇ ਕੋਨ ਦਾ ਵੋਲਿਊਮ ਕਿੰਨਾ ਹੁੰਦਾ 1/3 pi r square h बिल्कुल 1/3 पाई r square h ਆ ਮੇਰੇ ਕੋਲ ਆ ਜਾਓ ਤੇ देयरफॉर ਸਾਡੇ ਕੋਲ ਯੂਨਿਟ ਵੋਲਿਊਮ ਦਾ ਮਾਸ ਜਿਹੜਾ ਵਾ ਉਹ 3m पाई r square h ਬਣ ਗਿਆ ਕੀ ਆ ਵੇਰੀਏਬਲ ਕਲੀਅਰ ਆ yes sir ਯੂਨਿਟ ਵੋਲਿਊਮ ਦਾ ਆਪਣੇ ਕੋਲ ਐਸਐਚ ਜੇ ਮੈਂ ਰੋ ਲਵਾਂ ਤੇ ਰੋ ਮੇਰੇ ਕੋਲ ਐਸ ਵੇਲੇ ਕੀ ਆ 1 ਯੂਨਿਟ ਵੋਲਿਊਮ ਦਾ ਮਾਸ ਆ ਗਿਆ यानी जे 1 मीटर क्यूब ਦਾ ਕਵਾਂ ਤੇ ਜੇ ਪੂਰੀ ਡਿਸਕ ਮੇਰੀ ਕੁਝ ਮੀਟਰ ਕਿਊਬ ਦੀ ਆ ਤੇ 1 ਮੀਟਰ ਕਿਊਬ ਵੋਲਿਊਮ ਦਾ ਇੰਨਾ ਮਾਸ ਆ ਜਾਓ yes sir ਚਲ ਹੁਣ ਆਪਾਂ ਜਿਹੜੀ ਡਿਸਕ ਕੱਟਦੇ ਪਏ ਅਸੀਂ ਇਹਦਾ ਮਾਸ ਲੈਣਾ ਵਾ ਇਹਦਾ ਮਤਲਬ ਜੇ ਮੈਂ ਸਰਕੂਲਰ ਡਿਸਕ ਦਾ ਮਾਸ ਲੈਣਾ ਆ ਜਿਹੜੀ ਮੇਰੀ ਡਿਸਕ ਬਣਦੀ ਪਈ ਇੱਥੇ ਡਿਫਾਈਨ ਕਰਾਂਗੇ ਨਾਓ ਮਾਸ ਆਫ ਸਮਾਲ ਐਲੀਮੈਂਟਰੀ ਡਿਸਕ ਜਿਹੜੀ ਮੇਰੀ ਸਮਾਲ ਐਲੀਮੈਂਟਰੀ ਡਿਸਕ ਆ ਆਪਾਂ ਇਹਦਾ ਮਾਸ ਡਿਫਾਈਨ ਕਰੀਏ ਇਹਨੂੰ ਆਪਾਂ dm ਡਿਫਾਈਨ ਕਰ ਦਿੰਨੇ ਕਿਉਂਕਿ ਸਮਾਲ ਡਿਸਕ ਲੈ ਰਹੇ ਇਸ ਲਈ ਸਮਾਲ ਮਾਸ ਦਾ ਸਿੰਬਲ dm ਰੱਖ ਲਿਆ dm ਦੀ ਵੈਲਿਊ ਬਣਾਵਾ ਤਾਂ ਕੀ ਆਊਗੀ 1 ਯੂਨਿਟ ਵੋਲਿਊਮ ਹੋਵੇ ਉਹਦਾ ਮਾਸ ਇੰਨਾ ਵਾ ਤੇ ਇਹਦਾ ਜਿੰਨਾ ਵੀ ਵੋਲਿਊਮ ਹੋਏਗਾ ਉਹਦਾ ਨਾਲ ਮਲਟੀਪਲਾਈ ਕਰਦਾ ਤੇ ਉਹਨੇ ਯੂਨਿਟ ਵੋਲਿਊਮ ਦਾ ਮਾਸ ਆ ਜਾਊ yes sir ਇਹਦਾ ਮਤਲਬ ਜੇ ਮੈਂ ਰੋ ਨੂੰ dv ਨਾਲ ਮਲਟੀਪਲਾਈ ਕਰ ਲਾਂ ਤੇ dv ਮੈਂ ਕੀ ਲੈ ਰਿਹਾ ਕਹਿੰਦਾ ਜੀ ਵੋਲਿਊਮ ਆਫ ਸਮਾਲ ਐਲੀਮੈਂਟ ਦਾ ਵੋਲਿਊਮ ਇੰਨਾ ਵਾ ਤੇ ਰੋ ਮੇਰੇ ਕੋਲ ਮਾਸ ਆਫ ਯੂਨਿਟ ਵੋਲਿਊਮ ਆ ਇਹਦਾ ਮਤਲਬ ਇਹਦੇ ਅੰਦਰੋਂ ਜਿਹੜਾ ਪਰ ਵੋਲਿਊਮ ਪਿਆ ਤੇ ਆ ਵੋਲਿਊਮ ਇਹਨਾਂ ਦੇ ਯੂਨਿਟ ਕੈਨਸਲ ਹੋ ਜੂ ਇਹ ਨਾਲ ਮਾਸ ਦੀ ਵੈਲਿਊ ਬਣ ਜਾਊ ਹਾਂਜੀ ਸਰ ਬੇਟੇ ਗੱਲ ਸਮਝ ਲੱਗਦੀ ਪਈ yes sir रो ਦੀ ਵੈਲਿਊ ਪੁੱਟ ਅਪ ਕਰਦੀ ਹੈ ਤੇ ਰੋ ਦੀ ਵੈਲਿਊ ਮੇਰੀ ਆ ਗਈ 3m ਓਵਰ ਪਾਈ r ਸਕੁਅਰ h ਇਨਟੂ dv ਤੇ dv ਬੱਚੇ ਮੇਰੇ ਕੋਲ ਇਹਦਾ ਵੋਲਿਊਮ ਆ ਡਿਸਕ ਮੇਰੀ ਸਰਕੂਲਰ ਸ਼ੇਪ ਜਾਂ ਸਰਕਲ ਦਾ ਰੇਡੀਅਸ x ਗਿਵਨ ਆ ਸਰਕਲ ਦਾ ਏਰੀਆ ਪਾਈ x ਸਕੁਅਰ ਆ ਜਾਏਗਾ ਥਿਕਨੈਸ ਦੇ ਨਾਲ ਮਲਟੀਪਲਾਈ ਕਰ ਲਵਾਂ ਤੇ ਵੋਲਿਊਮ ਬਣ ਜਾਊ yes sir रिपीट करियो तो ਜਿਹੜੀ ਸਰਕੂਲਰ ਡਿਸਕ ਬਣੀ ਆ ਸਰਕਲ ਦਾ ਏਰੀਆ ਜਿੰਨਾ ਹੋਏਗਾ ਜੇ ਸਰਕਲ ਦੇ ਏਰੀਏ ਨੂੰ ਮੈਂ ਐਸਐਚ ਇਸ ਡਿਸਕ ਦੀ ਥਿਕਨੈਸ ਨਾਲ ਮਲਟੀਪਲਾਈ ਕਰ ਲਵਾਂ ਤੇ ਏਰੀਆ ਇਨਟੂ ਥਿਕਨੈਸ ਵੋਲਿਊਮ ਬਣ ਜਾਊ yes sir yes sir ਇਹਦਾ ਮਤਲਬ ਏਰੀਆ ਲਈਏ ਸਰਕੂਲਰ ਡਿਸਕ ਦਾ ਏਰੀਆ ਜੇ ਲਿਖਾਂ ਤੇ ਪਾਈ x ਸਕੁਅਰ ਉਹਦਾ ਏਰੀਆ ਹੋ ਗਿਆ ਪਾਈ x ਸਕੁਅਰ ਉਹਦਾ ਏਰੀਆ ਹੋ ਗਿਆ ਤੇ dy ਉਹਦੀ ਥਿਕਨੈਸ ਹੋ ਗਈ
यानी आ पाई एक्स स्क्वायर इनटू डी वाई ना मल्टीप्लाई कर लवां ते मेरा वॉल्यूम ना मल्टीप्लिकेशन होगी। इतना क्लियर आ? हाँ जी सर। लास्ट वाला रिपीट कर दो। खुद आप ये कहने पे ना जे मेरे को एस सच आ टर्म नु पढ़ा जिनु सर्कल करदा पे आ जिन्नी टर्म सर्कल करदा पे जे आ टर्म लवा आ की चीज गिवन आ जिन्नी टर्म नु सर्कल ये की गिवन आ Density. 1 मीटर क्यूब वॉल्यूम दा मास आ। यस सर। यस सर। ਇਹਨਾਂ ਜੇ 1 ਮੀਟਰ ਕਿਊਬ ਵੋਲਿਊਮ ਦਾ ਮੈਨੂੰ ਮਾਸ ਪਤਾ ਤੇ ਮੇਰੇ ਕੋਲ 10 ਮੀਟਰ ਕਿਊਬ ਵੋਲਿਊਮ ਹੋਵੇ ਤੇ ਇਨਟੂ 10 ਮੀਟਰ ਕਿਊਬ ਕਰ ਦਵਾਂ ਤੇ ਟੋਟਲ ਉਹਨੇ ਵੋਲਿਊਮ ਦਾ ਮਾਸ ਬਣ ਜਾਓ। यस सर। ਤੇ ਆਪਾਂ ਉਹੀ ਕੀਤਾ ਬੇਟਾ ਆ ਮੇਰੇ ਕੋਲ 1 ਮੀਟਰ ਕਿਊਬ ਵੋਲਿਊਮ ਦਾ ਮਾਸ ਆ ਗਿਆ ਠੀਕ ਹੈ ਜੀ ਇਨਟੂ ਤੁਸੀਂ ਵੋਲਿਊਮ ਨਾਲ ਮਲਟੀਪਲਾਈ ਕਰ ਲਓ ਤੇ ਵੋਲਿਊਮ ਮੇਰੇ ਕੋਲ ਕੀ ਬਣੇਗਾ ਸਰਕੂਲਰ ਡਿਸਕ ਜਿਹੜੀ ਹੈਗੀ ਆ ਹਨਾ ਜੇ ਆ ਮੇਰੇ ਕੋਲ ਮੈਂ ਆਪਣੇ ਹੱਥ ਨੂੰ ਬਣਾਵਾਂ ਆ ਸਰਕੂਲਰ ਡਿਸਕ ਆ ਇਹ ਪਾਈ ਐਕਸ ਸਕੁਅਰ ਆ ਗਈ ਆ ਇਹਦੀ ਥਿਕਨੈਸ ਆ ਤੇ ਜੇ ਇਸ ਥਿਕਨੈਸ ਨਾਲ ਮੈਂ ਮਲਟੀਪਲਾਈ ਕਰ ਲਵਾਂ ਅਸੀਂ ਮੰਨ ਕੇ ਚੱਲਦੇ ਪਏ ਸਾਡੀ ਪੂਰੇ ਦੀ ਪੂਰੀ ਜਿਹੜੀ ਸਰਕੂਲਰ ਕੋਨ ਆ ਇਹ ਕਿੰਨੇ ਸਾਰੀ ਸਰਕੂਲਰ ਡਿਸਕ ਤੋਂ ਬਣੀ ਆ मतलब इतने सारे ਦੀਆਂ ਸਾਰੀਆਂ ਜੇ ਮੈਂ ਸਰਕੂਲਰ ਡਿਸਕ ਲੈਂਦਾ ਚਲਾ ਜਾਵਾਂ ਆ ਸਾਰੀਆਂ ਸਰਕੂਲਰ ਡਿਸਕ ਜਿਹੜੀਆਂ ਨੇ ਇਹਨਾਂ ਨੂੰ ਮਿਲਾ ਕੇ ਮੇਰਾ ਪੂਰਾ ਕੋਨ ਬਣਿਆ। यस सर। ਤੇ ਜਿਹੜੀ ਆਪਾਂ ਡਿਸਕ ਲਿੱਤੀ ਆ ਉਹਦਾ ਵੋਲਿਊਮ ਪਾਈ ਐਕਸ ਸਕੁਅਰ ਇਨਟੂ ਡੀ ਬਾਈ ਬਣ ਜਾਊਗਾ। यस सर। ਕਲੀਅਰ ਹੈ ਸਾਰਿਆਂ ਨੂੰ? Yes, sir. देयरफॉर अपने को जे dm ਦੀ ਵੈਲਿਊ ਲਿਖ ਲਈਏ ਤੇ dm ਆ ਗਿਆ ਜੀ 3m ਓਵਰ ਪਾਈ r ਸਕੁਅਰ h इनटू आ गया पाई एक्स स्क्वायर इनटू डी वाई ठीक है इना मेरा मास बन गया। हुण आपां सेंटर ऑफ मास तक जदों जाना सेंटर ऑफ मास दे कोआर्डिनेट लिखने आ ओदी गल अगे जाके जोड़ांगा। एक वेरिएबल खत्म कर लईए x मेरा एक तरह अननोन ते x नु खत्म करन लई आपां एक प्रॉपर्टी लगान लगे इनु कुछ नाम दे दो आ पॉइंट नु b और c आ गया इनु नाम आपां d दे देने। जे बच्चे मैं आ लेके चला a b c जेडी ट्रायंगल आ ਤੇ ਇਧਰੋਂ ADO ਇਹ ਮੇਰੀਆਂ ਦੋ ਟ੍ਰਾਇੰਗਲ ਕੀ ਨੇ Right Similar. angle triangle. ਸਿਮਿਲਰ ਟ੍ਰਾਇੰਗਲ ਨੇ ਤੇ ਜਿਹੜੀਆਂ ਦੋਨੋਂ ਸਿਮਿਲਰ ਟ੍ਰਾਇੰਗਲ ਨੇ ਉਹਦੀ ਕੀ ਪ੍ਰੋਪਰਟੀ ਹੁੰਦੀ ਹੈ ਰੇਸ਼ੋ ਆਫ ਕੋਰਸਪੋਂਡਿੰਗ ਸਾਈਡ ਉਹਨਾਂ ਦੀ ਇਕੁਅਲ ਹੁੰਦੀ। हाँ जी सर। यस सर। ਮੇਰਾ ਇੱਥੇ ਅਨਨੋਨ ਵੇਰੀਏਬਲ ਕਿਹੜਾ ਫਸਿਆ ਹੋਇਆ x ਮੈਨੂੰ ਨੋਨ ਨਹੀਂ ਹੈਗਾ ਮੈਨੂੰ x ਨੂੰ ਵਿੱਚੋਂ ਹਟਾਉਣਾ ਪਏਗਾ ਠੀਕ ਹੈ ਜੀ r ਮੇਰਾ ਕੁਐਸਚਨ 'ਚ ਗਿਵਨ ਹੈ h ਮੇਰਾ ਕੁਐਸਚਨ 'ਚ ਗਿਵਨ ਆ ਇਹਦਾ ਮਤਲਬ ਇਹਨਾਂ ਨੋਨ ਵੇਰੀਏਬਲ 'ਚ ਜੇ ਮੈਂ ਆਨਸਰ ਬਣਾਣਾ ਤੇ ਇਸ ਅਨਨੋਨ ਵੇਰੀਏਬਲ ਨੂੰ ਖਤਮ ਕਰਨਾ ਉਹਦੇ ਲਈ ਪ੍ਰੋਪਰਟੀ ਐਲਾਨ ਲੱਗੇ ਕਿ ਜਿਹੜੀਆਂ ਦੋ ਟ੍ਰਾਇੰਗਲ ਬਣਦੀਆਂ ਪਈਆਂ ਇਹ ਸਿਮਿਲਰ ਆ ਸਿਮਿਲਰ ਟ੍ਰਾਇੰਗਲ ਦੀ ਪ੍ਰੋਪਰਟੀ ਆ ਕਿ ਰੇਸ਼ੋ ਆਫ ਕੋਰਸਪੋਂਡਿੰਗ ਸਾਈਡ ਇਕੁਅਲ ਕਰ ਦੋ। ਇਹਦਾ ਮਤਲਬ ਆਪਾਂ ਜੇ ਇੱਥੇ ਲਿਖੇ ਤਾਂ ਕੀ ਕਹੀਏ ਐਸ ट्रायंगल ABC ठीक है जी सिमिलर टू ट्रायंगल ADO ਤੇ ਇਹਨਾਂ ਮਤਲਬ ਇਹ ਹੋ ਗਿਆ ਕਿ ਕੋਰਸਪੋਂਡਿੰਗ ਸਾਈਡ ਦੀ ਰੇਸ਼ੋ ਇਧਰੋਂ BC ਤੇ ਇਧਰੋਂ DO ਸਾਈਡ ਦੀ ਰੇਸ਼ੋ ਇਧਰੋਂ AC ਤੇ ਇਧਰੋਂ AO ਸਾਈਡ ਦੀ ਰੇਸ਼ੋ ਆ ਸਾਈਡ ਤਾਂ ਨਹੀਂ ਲੈ ਰਿਹਾ ਕਿਉਂਕਿ ਆ ਲੈਂਥ ਮੈਨੂੰ ਨੋਨ ਨਹੀਂ ਹੈਗੀ ਮੇਰੇ ਕੋਲ ਵਰਟੀਕਲ ਲੈਂਥ ਨੋਨ ਆ ਠੀਕ ਹੈ ਤੇ ਮੇਰੇ ਕੋਲ ਹੌਰੀਜ਼ੌਂਟਲ ਲੈਂਥ ਨੋਨ ਆ इसलिए अपनी प्रॉपर्टी जितने लाइए तो की आ जाएगी BC ओवर DO इक्वल टू आ जाएगी जी AC ओवर AO। क्लियर है सारे प्रॉपर्टी? Yes, sir. Yes, sir. BC लिखिए तो BC मेरा x गिवन है ओवर r आ गया AC की लेंथ मेरी जड़ी आ वो h माइनस y गिवन है ओवर AO दी लेंथ मेरी h गिवन है। हुन h ते r मेरे दोनों नॉन वेरिएबल है ना इसलिए ਆਪਾਂ sh x ਦੀ ਵੈਲਿਊ ਜੇ ਕੱਢ ਦਈਏ ਤੇ x ਮੇਰਾ ਬਣ ਜਾਏਗਾ h y h r ਆ ਮੇਰੇ ਕੋਲ ਵੈਲਿਊ x ਦੀ ਆ ਜਾਏਗੀ। क्लियर ਆ? यस सर। और ਇਹਨੂੰ ਸਬਸਟੀਟਿਊਟ ਕਰ ਦੋ ਇਨ ਇਕੁਏਸ਼ਨ 1 ਚ x ਦੀ ਥਾਂ ਤੇ ਪਹਿਲਾਂ ਵੈਲਿਊ ਭਰ ਦੋ ਆਪਣੀ ਇਕੁਏਸ਼ਨ 1 ਨੋਨ ਵੇਰੀਏਬਲ ਚ ਬਣਾ ਲਓ dm ਆਪਣਾ ਬਣ ਗਿਆ 3m ਓਵਰ ਪਾਈ r ਸਕੁਅਰ h इनटू आ गया जी पाई भी काट लियो पाई दी अपना जोड़ी नहीं पैनी पाई ਵਿੱਚੋਂ ਕੱਟ ਲੈਣੇ पाई ਰਹਿਣ ਦਿਓ ठीक है। और x स्क्वायर ਦੀ ਥਾਂ ਤੇ ਮੇਰੇ ਕੋਲ ਟਰਮ ਆ ਗਈ r स्क्वायर इनटू h माइनस y ਦਾ स्क्वायर ओवर आ गया मेरे को h स्क्वायर। क्या क्लियर है टर्म? Yes, sir. Yes, sir.
ਇਹਦੇ ਚੋਂ ਚਲੀਏ ਤੇ r ਸਕੁਅਰ ਆਪਣਾ कैंसिल हो जाना ਤੇ टर्म अपने को आ गई 3m इंटू डी वाई भी होगा हाँ जी इंटू डी वाई ये रह गया अच्छा सॉरी इनटू dy 3m अपने को आ गया 3m into h minus y square ओवर आ गया जी अपने को h क्यूब into dy ये सारे दी सारी वैल्यू अपने को किदी आ गई है कोई नया नहीं हो ਯਾਰ ਡਿਸਕ ਦੇ ਮਾਸ ਦੀ डिस्क दे मास दी ਹੁਣ ਆਪਾਂ ਇਸ ਮਾਸ ਦੀ ਜਿੱਥੇ ਜਾ ਕੇ ਮਾਸ ਲਿੱਤਾ ਇਹਦਾ ਪੋਜੀਸ਼ਨ ਵੈਕਟਰ ਲਿਖਣਾ ਹੁਣ ਦਿਮਾਗ 'ਚ ਲਿਆਓ ਕਿਹੜਾ ਟੌਪਿਕ ਪੋਜੀਸ਼ਨ ਵੈਕਟਰ ਸੈਂਟਰ ਆਫ ਮਾਸ ਫॉर n ਪਾਰਟੀਕਲ ਸਿਸਟਮ ਉੱਥੋਂ ਗੱਲ ਨਾਲ ਜੋੜ ਰਹੇ ਹਾਂ ਵੀ ਨੋ ਦੈਟ ਪੋਜੀਸ਼ਨ ਵੈਕਟਰ ਆਫ ਸੈਂਟਰ ਆਫ ਮਾਸ ਠੀਕ ਹੈ ਇਜ਼ ਗਿਵਨ ਬਾय ਇਹਦੇ ਲਈ ਪੁੱਤ ਆਪਾਂ ਐਸਐਚ ਜੇ ਚੱਲੀਏ ਤਾਂ ਆਪਾਂ y ਐਕਸਿਸ ਤੇ ਮੂਵ ਕਰਦੇ ਵੇ ਨਾ ਤੇ y ਐਕਸਿਸ ਦੇ ਅਲੋਂਗ ਜਿਹੜੀ ਇਕੁਏਸ਼ਨ ਸੀਗੀ ਉਹਦਾ y ਕੋਆਰਡੀਨੇਟ ਲਿਖ ਲਵਾਂ ਤੇ ਇਹਦਾ ਫਾਰਮੂਲਾ ਤੇ ਅਸੀਂ ਆ ਪੜਿਆ ਸੀ 1/m ਟਾਈਮਸ ਦਾ x dl ਆਪਣਾ x ਦੀ ਥਾਂ ਤੇ ਜਿਹੜਾ ਵੇਰੀਏਬਲ ਆ ਉਹ y ਚੱਲਦਾ ਪਿਆ ਕਿਉਂਕਿ y ਕੋਆਰਡੀਨੇਟ ਲਿਖਦਾ ਪਿਆ ਕਿਆ ਆ ਫਾਰਮੂਲਾ ਪਤਾ ਕਿੱਥੋਂ ਲਿਖਿਆ Yes, sir. ਇਹਨਾਂ ਕਲੀਅਰ ਆ ਸਾਰਿਆਂ ਨੂੰ ਯੈਸ ਸਰ Yes, sir. ਨਿਊਮੈਰੀਕਲ ਜਿਹੜੇ ਟਫ ਹੈਗੇ ਮੈਂ ਉਹ ਕੱਢਦਾ ਪਿਆ ਤੁਹਾਡੇ ਅੱਜ ਤਾਂ ਕਿ ਉਹ ਤੁਹਾਡੇ ਨਿਕਲ ਜਾਣ ਠੀਕ ਹੈ ਹੁਣ ਇੱਥੇ y ਦੀ ਵੈਲਿਊ ਜਿਹੜੀ ਹੈਗੀ ਹੈ ਮੇਰੇ ਕੋਲ ਹੈਨਾ ਆ dm ਨੂੰ ਐਸ ਜਿੱਤੇ ਸਬਸਟੀਟਿਊਟ ਕਰ ਲਓ ਠੀਕ ਹੈ ਤੇ ਆਪਣੇ ਕੋਲ ਰਿਜ਼ਲਟ ਬਣਾਓ ਕੀ ਬਣਦਾ ਪਿਆ देयरफॉर ਆਪਣੇ ਕੋਲ ਸੈਂਟਰ ਆਫ ਮਾਸ ਦਾ ਜਿਹੜਾ y ਕੋਆਰਡੀਨੇਟ ਆ ਉਹਦੀ ਵੈਲਿਊ ਆ ਜਾਏਗੀ 1/m ਠੀਕ ਹੈ m ਮੇਰਾ ਐਸ ਸੱਚ ਰਹਿਣ ਦਿਓ ਇਨਟੂ ਜਿਹੜਾ ਇਸ ਮੂਵਮੈਂਟ ਦੇ ਤੇ y ਦੀ ਵੈਲਿਊ ਆ ਠੀਕ ਹੈ ਉਹ y ਰਹਿ ਜਾਏਗਾ dm ਦੀ ਵੈਲਿਊ ਪੁੱਟ ਅਪ ਕਰ ਲਓ ਇਹ ਮਤਲਬ ਆਪਣੀ ਟਰਮ ਆ ਗਈ y 3m h y ਸਕੁਅਰ ओवर आ गया जी h क्यूब into dy ठीक है इन्नी टर्म बन जाओ वो तो इतना ਯੈਸ ਸਰ ਅਸਲ ਜਿਹੜੀ ਲਿਮਿਟ ਲੱਗੀ ਆ ਉਹ dy ਤੇ ਲੱਗੀ ਆ ਨਾ ਹੁਣ ਗੱਲ ਸਮਝ ਲੈ ਕੇ ਧਿਆਨ ਨਾਲ ਜਿਹੜੀ ਆ ਤੁਸੀਂ ਥਿਕਨੈਸ ਲੈਣੀ ਆ ਇਹ ਕਹਿੰਦਾ ਜੀ ਐਸ ਐਚ ਅਸੀਂ ਤੇ ਡਿਸਕ ਦੇ ਇੱਥੇ ਉਹ ਵਾਲੇ ਪੁਆਇੰਟ ਤੇ ਬੇਸ ਤੇ ਕੱਟੀਏ ਤੇ dy ਦੀ ਲੈਂਥ 0 ਆ ਤੇ ਜੇ ਮੈਂ ਸਭ ਤੋਂ ਉੱਪਰ A ਪੁਆਇੰਟ ਤੇ ਜਾ ਕੇ ਘਟਾ ਤੇ dy ਦੀ ਲੈਂਥ ਵੱਧਦੀ ਪੂਰੀ ਕੋਨ ਦੀ ਲੈਂਥ ਬਣ ਜੂ Yes, sir. ਜਿਹੜਾ ਬੱਚੇ ਆ ਡੀ ਪੋਰਸ਼ਨ ਲਿੱਤਾ ਵਾ ਜਿਹੜੀ ਅਸੀਂ ਛੋਟੀ ਡਿਸਕ ਕੱਟੀ ਆ ਇਹ ਕਹਿੰਦਾ ਜੀ ਐਸ ਐਚ ਘੱਟੋ ਘੱਟ ਕਿੰਨੀ ਥਿਕਨੈਸ ਦੀ ਕਹਿੰਦਾ ਵੀ 0 ਥਿਕਨੈਸ ਦੀ ਹੋਏਗੀ ਤੇ ਬੇਸ ਤੇ ਡਿਸਕ ਕੱਟਾਂਗੇ ਤੇ ਜੇ ਮੈਂ ਵੱਧ ਤੋਂ ਵੱਧ ਡਿਸਕ ਕੱਟਣੀ ਕਿੱਥੇ ਜਾ ਕੇ ਕੱਟਾਂਗਾ ਵਰਟੈਕਸ ਤੇ ਵਰਟੈਕਸ ਤੇ ਡਿਸਕ ਕੱਟਾ ਤੇ ਉਹਦੀ ਹਾਈਟ ਜਿਹੜੀ ਆ ਉਹਦੀ ਮੇਰੇ ਕੋਲ ਜਿਹੜਾ dy ਪੋਰਸ਼ਨ ਆ ਉਹ h ਤੱਕ ਵਧੂਗਾ यस सर Yes, sir. ਲਿਮਿਟ ਲਗਾਵਾਂ ਜੇ ਮੈਂ ਲਿਮਿਟ ਲਗਾਵਾਂ ਤੇ ਲਿਮਿਟ ਦੀ 0 to h ਬਣ ਜਾਏਗੀ Yes, sir. ਚਲੋ ਹੁਣ ਜੇ ਇਹਨੂੰ ਸੋਲਵ ਕਰ ਲਈਏ ਆਪਣੇ ਕੋਲ m ਆਪਣਾ ਕੈਨਸਲ ਹੋ ਜਾਣਾ ਠੀਕ ਹੈ ਬਾਕੀ ਟਰਮ ਜਿਹੜੀ ਆ ਉਹਨੂੰ ਰੀਅਰੇਂਜ ਕਰੀਏ ਤੇ ਆਪਣੇ ਕੋਲ ਟਰਮ ਕੀ ਆ ਜਾਏਗੀ ਇਹਦੇ ਵਿੱਚੋਂ 3 ਬਾਹਰ ਨਿਕਲ ਆਣਾ ठीक है जी h क्यूब बाहर निकल आना बाकी टर्म अंदर आके चलिए तो की आ गया 3/h क्यूब और इंटीग्रेशन क्या आ गया अपने को y इनटू इधर आ गया जी h माइनस y का होल स्क्वायर इनटू dy क्या टर्म क्लियर है यस लिमिट आएगी साडी 0 to h क्लियर है जी यस चल ਹੁਣ ਬਸ ਇਸ ਟਰਮ ਨੂੰ ਜੇ ਓਪਨ ਕਰਨਾ ਇੱਥੇ ਹੋਲ ਸਕੁਅਰ ਓਪਨ ਕਰ ਲਓ ਠੀਕ ਹੈ ਤੇ y ਨਾਲ ਮਲਟੀਪਲਾਈ ਕਰਕੇ ਸਾਰੀ ਟਰਮ ਖੋਲ ਦਿਓ ਇਹ ਮਤਲਬ ਆਪਣੇ ਕੋਲ ਟਰਮ ਬਣਾਈਏ ਤਾਂ ਕੀ ਬਣੇਗੀ ਇੱਥੇ ਲਿਖਿਆ ਤੇ ਆਪਣੇ ਕੋਲ y ਕੋਆਰਡੀਨੇਟ ਆ ਗਿਆ y 3/h क्यूब और इधरों y इनटू एक बार ब्रैकेट खोल लो पहले टर्म आ जाएगी जी h स्क्वायर प्लस y स्क्वायर माइनस 2hy इनटू dy ਤੇ ਲਿਮਿਟ ਆਏਗੀ ਸਾਡੀ 0 to h ਕਲੀਅਰ ਆ Yes, sir. ਕਰੋ ਮਲਟੀਪਲਾਈ ਜਦੋਂ ਪਹਿਲੀ ਟਰਮ ਬਣਾਵਾਂਗਾ ਸਟੈਪ ਉੱਪਰ ਲੈ ਕੇ ਜਾ ਰਹੇ ਹਾਂ ਠੀਕ ਹੈ ਉੱਪਰ ਲਿਖਾਂਗਾ ਦੋ ਤੋਂ ਸਮਝ ਲਿਓ ਆਪਣੇ ਕੋਲ ਟਰਮ ਆ ਗਈ therefore y ਆ ਗਿਆ ਆਪਣਾ y ਕੋਆਰਡੀਨੇਟ ਜਿਹੜਾ 3/h क्यूब 3/h क्यूब एक टर्म बन जानी साडे कोल ਇਹਦੇ ਅੰਦਰ h स्क्वायर y
मैं ਹੁਣ ਸਿੱਧੀ ਲਿਖ ਰਿਹਾ ਠੀਕ ਹੈ ਜੀ ਦੂਜੀ ਟਰਮ ਬਣ ਗਈ ਸਾਡੇ ਕੋਲ ਪਲੱਸ y ਕਿਊਬ माइनस तीजी टर्म आ गई 2hy स्क्वायर 2hy स्क्वायर इनटू dy क्या स्टेप क्लियर है जी ਜਿਹੜੀ ਥੱਲੇ ਟਰਮ ਸੀ ਸਿਰਫ ਉਹਨੂੰ ਆਪਾਂ ਐਸ ਸੱਚ ਬ੍ਰੈਕਟ ਓਪਨ ਹੀ ਕੀਤੀ ਹੈ ਬੇਟਾ ਉਹਦੀ ਹੁਣ ਇਹਨੇ ਜੇ ਇੰਟੀਗ੍ਰੇਸ਼ਨ ਕਰਨੀ ਆ ਪਹਿਲੋ ਪਹਿਲੀ ਟਰਮ ਦੀ ਇੰਟੀਗ੍ਰੇਸ਼ਨ ਕਰਾਂ ਇਹਨੂੰ ਤੋੜ ਕੇ ਲਿਖਾਂ ਤੇ ਇਦਾਂ ਲਿਖ ਦੂੰਗਾ y 3/h³ ਠੀਕ ਹੈ ਇੱਕ ਮੇਰੇ ਕੋਲ ਆ ਗਈ ਇੰਟੀਗ੍ਰੇਸ਼ਨ ਇਸ ਪਹਿਲੀ ਟਰਮ ਦੀ ਇਹਦੇ ਵਿੱਚੋਂ h² ਬਾਹਰ ਆ ਜਾਏਗਾ h² ਬਾਹਰ ਆ ਜਾਏਗਾ ਤੇ y dy बनना पहली टर्म ने ठीक है प्लस दूसरी टर्म चला ते 0 to h y³ dy आ जाएगा ठीक है माइनस करा ते 2h बाहर आके तीजी इंटीग्रेशन y² dy आ जाए लिमिट होगी 0 to h क्या इतना क्लियर है Yes, sir. ਹੁਣ ਇਹਦੀ ਇੰਟੀਗ੍ਰੇਸ਼ਨ ਕਰੀਏ ਤੇ ਪਾਵਰ ਰੂਲ ਲਗਾਉਂਦੇ ਜਾਓ ਪਾਵਰ ਰੂਲ ਕੀ ਸੀਗਾ ਜੀ x raised to power n plus 1 divided by n plus 1 ਦੀ ਪਾਵਰ ਹੋਏਗੀ ਉਹ ਚ 1 ਪਲੱਸ ਕਰਕੇ ਨਵੀਂ ਪਾਵਰ ਨਾਲ ਡਿਵਾਈਡ ਕਰ ਲਓ ਇੱਥੇ y ਦੀ ਪਾਵਰ 1 ਆ ਇਹ ਮੈਂ ਨਵੀਂ ਪਾਵਰ y²/2 ਬਣ ਗਈ ਤੇ y ਦੀ ਥਾਂ ਤੇ ਅਸੀਂ ਮੁੜ ਕੇ ਲਿਮਿਟ ਭਰਨੀ ਆ ਇੱਥੇ ਆ ਗਿਆ ਜੀ y²/2 ਪਰ ਇੱਥੇ ਉਹਦੀ ਟਰਮ ਜਿਹੜੀ ਨਾਲ ਉਹਦੇ ਸਟੈਂਡ ਕਰਦੀ ਵੀ ਬਾਹਰ ਉਹ ਹੈਗੀ h² लिमिट है 0 to h क्लियर Yes, sir. yes sir दूसरी टर्म लिखा ते दूसरी टर्म ਸਾਡੇ ਕੋਲ ਆ ਜਾਏਗੀ y³ ਦੀ ਇੰਟੀਗ੍ਰੇਸ਼ਨ y ਪਾਵਰ 4/4 यानी ਇੱਥੇ ਟਰਮ ਆ ਗਈ y ਪਾਵਰ 4/4 ਲਿਮਿਟ ਉਹਦੀ 0 to h ਆ ਗਈ ਤੀਜੀ ਟਰਮ ਮੇਰੀ ਬਣਦੀ ਪਈ -2h y³/3 क्या स्टेप क्लियर है जी हाँ जी. Yes, sir. चलो ਹੁਣ ਲਾਸਟ ਸਟੈਪ ਹੀ ਹੈ ਜੀ ਇਹ ਤੋਂ ਥੋੜਾ ਜਿਹਾ ਹੁਣ ਵਿੱਚ ਐਡ ਕਰ ਰਿਹਾ ਠੀਕ ਹੈ ਆ ਟਰਮ ਇਸ ਤੋਂ ਬਾਅਦ ਆਪਾਂ ਇੱਥੇ ਬਣਾ ਲੈਣੇ ਇਹਨੂੰ ਸੋਲਵ ਕਰ ਲਓ ਤੇ ਆਪਣੇ ਕੋਲ y ਕੋਆਰਡੀਨੇਟ ਆ ਗਿਆ 3/h³ ਠੀਕ ਹੈ ਇੱਥੇ ਜੇ ਸੋਲਵ ਕਰਾਂ ਤੇ y ਦੀ ਥਾਂ ਤੇ h² - 0 ਭਰਨਾ ਯਾਨੀ h² ਹੀ ਆ ਗਿਆ ਟਰਮ ਬਣ ਗਈ ਆਪਣੇ ਕੋਲ h² * h² प्लस दूसरी टर्म से सॉल्व करा उथे आ जाएगा जी h पावर 4/4 तीजी टर्म सॉल्व करा ते -2h * h³/3 क्या स्टेप क्लियर है Sir, h²/2 नहीं आना सेकंड में. इथे आ2 आप आया तो सीगा क्लियर है Yes, sir. चल ਇਹਨੂੰ ਸੋਲਵ ਕਰ ਦਿਓ y ਆਪਣੇ ਕੋਲ ਕਿੰਨਾ ਆ ਗਿਆ ਹਰ ਟਰਮ ਨੂੰ ਅੰਦਰ ਜਾ ਕੇ ਮਲਟੀਪਲਾਈ ਕਰ ਲਓ ਟਰਮ ਬਣ ਗਈ 3 * h ਪਾਵਰ 4 ਬਣੀ h³ कैंसिल हो जाना अपने को टर्म आ गई 3/2h ठीक है प्लस आ गया अपने को आ टर्म इधर एडजस्ट कर लो टर्म बन गई 3/4 * h तीजी थां ते एडजस्ट करो 3 ना 3 कैंसिल होके टर्म बन जानी -2 * h क्या आ क्लियर है जी कोई न्याने हो sir last term की लिखियो दसियो एक बारी second last chapter ਵਿੱਚ -2h/³ -2h/3 * h³ okay sir ਤੁਸੀਂ ਇੱਕ ਵਾਰੀ ਇੰਟੀਗ੍ਰੇਸ਼ਨ ਖੁਦ ਸੋਲਵ ਕਰ ਲਿਓ ਨਾ ਬੇਟਾ ਇਹੀ ਸਟੈਪ ਬਣਨੇ ਹੁਣ ਜੇ Okay, sir. ਬਾਕੀ ਟਰਮ ਨੂੰ ਸੋਲਵ ਕਰ ਲਈਏ ਤੇ ਆਪਣੇ ਕੋਲ ਸੋਲਵ ਕਰਕੇ y ਕਿੰਨਾ ਆ ਗਿਆ ਜੇ y ਇੱਥੇ ਡਿਫਾਈਨ ਕਰੀਏ ਤੇ y ਆਪਣੇ ਕੋਲ ਕਿੰਨਾ ਬਣ ਗਿਆ 4 ਐਲਸੀਐਮ ਬਣਨਾ 4 ਨੂੰ ਐਡਜਸਟ ਕਰ ਲਓ ਆਪਣੇ ਕੋਲ ਆ ਗਿਆ ਜੀ 6h plus 3h minus 8h over 4 ਤੇ ਆਪਣੀ ਟਰਮ ਬਣ ਗਈ 6 + 3 9 - 8 ਯਾਨੀ ਆਪਣੇ ਕੋਲ ਆ ਗਿਆ ਜੀ h/4 ਇਹਦਾ ਮਤਲਬ ਜਿੱਥੇ ਸੈਂਟਰ ਮਾਸ ਲਾਈ ਕਰਦਾ ਪਿਆ ਉਹ ਬੇਸ ਤੋਂ h/4 ਦੇ ਉੱਤੇ ਹੋਊਗਾ Yes, sir. Yes, sir. ਆ ਮੇਰੇ ਕੋਲ sh ਮੇਰੇ ਕੋਲ ਜਿਹੜਾ ਹੁੰਦਾ ਵਾ ਇਹ sh ਕਹਿੰਦਾ ਜੀ ਉਹਦਾ y ਕੋਆਰਡੀਨੇਟ ਨਿਕਲ ਆਣਾ ਹੋ ਜੂ Yes, sir.